ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਮਾਈ ਭਾਈ ਸ਼ਰਧਾ ਦੇ ਨਾਲ ਹਿਰਦੇ ਭਰਪੂਰ ਦੇ ਸਹਿਤ ਆਪ ਇਸਤ ਹੋ। ਸ਼ਰਧਾ ਬਾਨੰ ਲਭਤੇ ਗਿਆਨ, ਗਿਆਨ ਚਾਨਣ ਦਾ ਨਾਮ ਹੈ, ਅਗਿਆਨ ਹਨੇਰੇ ਦਾ ਨਾਮ ਹੈ। ਪ੍ਰਕਾਸ਼ ਦੇ ਵਿੱਚ ਹਰ ਕੋਈ ਖੁਸ਼ੀ ਮਾਣਦਾ ਹੈ, ਹਨੇਰੇ ਵਿੱਚ ਹਰ ਕੋਈ ਦੁਖੀ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਉਹਨਾਂ ਦੇ ਹਿਰਦੇ ਆਕਾਸ਼ ਵਿੱਚ ਸਤ ਸੰਗਤ ਜੀ ਪਹਿਲਾਂ ਬਰਾਗ ਦਾ ਚੰਦਰਮਾ ਚੜ੍ਹਦਾ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਹੈ। ਸਾਰੀਆਂ ਸੰਗਤਾਂ ਥਾਂ ਮਨਾ ਰਹੀਆਂ। ਆਪਾਂ ਵੀ ਉਹ ਸ਼ਰਧਾ ਦੀ ਬੁੱਧਲੀ ਨੂੰ ਹਿਰਦੇ 'ਚ ਟਿਕਾ ਕੇ ਕਈ ਦਿਨ ਤੋਂ ਖਾਲਸਾ ਜੀ ਗੁਰੂ ਸਾਹਿਬ ਨੂੰ ਚੇਤੇ ਕਰਦੇ। ਇਹ ਸੱਚੇ ਪਾਤਸ਼ਾਹ ਆਪ ਉਹੀ ਗੁਰੂ ਨਾਨਕ ਰੂਪ ਹੋ। ਨੌਵੀਂ ਜੋਤ ਵਿੱਚ ਆਪ ਜੀ ਨੇ ਧਰਮ ਦੀ ਰੱਖਿਆ ਅਰਥੇ ਦਿੱਲੀ ਦੇ ਅੰਦਰ ਮਹਾਰਾਜ ਆਪ ਜੀ ਨੇ ਸ਼ਹਾਦਤ। ਆਉਣਾ ਜਾਣਾ ਵਾਹਿਗੁਰੂ ਦੇ ਭਾਣੇ ਅਨੁਸਾਰ ਹੈ। ਜੈਸੀ ਪਰਾਰਬ ਹੁੰਦੀ ਹੈ ਉਸੇ ਤਰ੍ਹਾਂ ਸਤ ਸੰਗਤ ਜੀ ਸਰੀਰ ਨਾਲ ਬੀਤਦੀ ਹੈ। ਚਾਹੇ ਕੋਈ ਕਮਜ਼ੋਰ ਹੈ, ਚਾਹੇ ਕੋਈ ਸਮਰੱਥ ਹੈ। ਰਾਜੇ ਦਸ਼ਰਥ ਵਰਗੇ ਮਹਿਲਾਂ ਤੋਂ ਹੋ ਕੇ ਨਾ ਉੱਠ ਦੇਖ ਕੇ ਸਤ ਸੰਗਤ ਮਰਦੇ ਦੇਖੇ। ਰੋਵੇ ਰਾਮ ਨਕਾਲਾ ਭਇਆ, ਤੀਸਾ ਲਖਮਣ ਵਿਛੜ ਗਿਆ। ਹੋਰ ਕਿਹਦੀ ਬਾਤ ਕਰੀਏ। ਇਹ ਜੇ ਸਮਰੱਥ ਜਿਹੜੇ ਰਾਮ ਰਾਜ ਵਰਤਾਉਣ ਵਾਲੇ ਉਹ ਵੀ ਸਤ ਸੰਗੀ ਵਿਪਤਾ ਸੰਕਟ ਦੇ ਅੰਦਰ ਆਏ। ਆਪ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਨੇ 9ਵੇਂ ਸਰੂਪ ਦੇ ਅੰਦਰ ਅੱਜ ਦੇ ਦਿਨ ਸ਼ਹਾਦਤ ਦਿੱਤੀ। ਕਿਉਂ? ਕੋਈ ਦੇਸ਼ ਭਗਤ ਹੈ, ਦੇਸ਼ ਵਾਸਤੇ ਲੜਦਾ ਹੈ। ਖਾਲਸਾ ਦੇਸ਼ ਭਗਤ ਮਗਰੋਂ ਹੈ, ਪਹਿਲਾਂ ਧਰਮ ਦਾ ਭਗਤ ਹੈ। ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦਾ ਭਗਤ ਹੈ। ਦੇਸ਼ ਭਗਤੀ ਨਾਸਤਕ ਦੇ ਹਿਰਦੇ ਅੰਦਰ ਵੀ ਹੈ। ਘਰ ਦੀ ਭਗਤੀ ਕਿਹਦੇ ਨੇ? ਘਰ ਦੇ ਕਬਜ਼ੇ ਪਿੱਛੇ ਲੜ ਕੇ ਮਰ ਜਾਈਦਾ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਕੱਟ ਮਰੇ ਕਬੂ ਨਾ ਛਾੜੈ ਖੇਤ। ਐਸ ਘਰ ਦੇ ਅੰਦਰ ਖਾਲਸਾ ਜੀ ਸੂਰਮਾ ਉਹੀ ਪਹਿਚਾਣਿਆ ਜਾਂਦਾ ਹੈ। ਇਹ ਕਹੇ ਬਚਨ ਕਿਹਨੇ ਨੇ? ਜਿਹਨੇ ਕਦੇ ਭੁੱਲ ਕੇ ਸ਼ਾਸਤਰ ਵੀ ਨਹੀਂ ਦੇਖਿਆ ਭਗਤ ਕਬੀਰ ਜੈਸੇ ਮਹਾਂਪੁਰਖਾਂ। ਕਿ ਸੂਰਮਾ ਉਹ ਪਛਾਣਿਆ ਜਾਂਦਾ ਜਿਹੜਾ ਧਰਮ ਵਾਸਤੇ ਜੂਝਦਾ ਹੈ। ਸੈਨਾ ਸਾਧ ਸਮੂਹ ਸੂਰ ਅਜਿੱਤਨ, ਸਨਾਹੰ ਤਨ ਨਿਮਰਤਾ। ਜਿੰਨੇ ਸਾਧੂ ਨੇ ਉਹ ਵੀ ਸਤ ਅਜਿੱਤ ਸੂਰਮਿਆਂ ਦੀ ਫੌਜ ਹੈ। ਉਹਨਾਂ ਕੋਲੇ ਖਾਲਸਾ ਜੀ ਸੰਜੋਆਂ ਪਾਈਆਂ ਹੁੰਦੀਆਂ ਸੀ ਅੱਗੇ ਸੂਰਮਿਆਂ ਦੀਆਂ, ਵੀ ਕੋਈ ਤਲਵਾਰ ਨਾ ਕੱਟ ਸਕੇ ਕਿਸੇ ਅੰਗ ਨੂੰ। ਸਨਾਹੰ ਤਾਂ ਨਿਮਰਤਾ, ਜਿਹੜੀ ਨਿਮਰਤਾ ਧਾਰੀ ਹੋਈ ਆ ਉਹਨਾਂ ਦਾ ਸੰਜੋਹ ਹੈ। ਆਪ ਦੇ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਨ ਹੈ। ਗੁਰੂ ਕੇ ਸ਼ਬਦ ਦੀ ਜਿਹੜੀ ਓਟ ਹੈ ਢਾਲਾ ਹੈ। ਸਰਵਣ ਕਰਨਾ, ਮੰਨਣ ਕਰਨਾ, ਇਹ ਘੋੜੇ ਤੇ ਹਾਥੀਆਂ ਦੀਆਂ ਸਤਿ ਸਵਾਰੀਆਂ ਤੇ ਗੁਰਮੁਖ ਪਿਆਰੇ। ਨਿਧਿਆਸਣ ਕਰਨਾ, ਸੁਖ ਪਾਲਕੀਆਂ ਦੇ ਰਥਾਂ ਦੀ ਫੌਜ, ਹਾਥੀਆਂ ਦੀ ਫੌਜ, ਘੋੜਿਆਂ ਦੀ ਫੌਜ। ਇਸੇ ਤਰ੍ਹਾਂ ਖਾਲਸਾ ਜੀ ਸਾਧੂ ਵੀ ਸੂਰਮੇ ਹੋਇਆ ਕਰਦੇ। ਐਸੇ ਸਾਧੂਆਂ ਨੂੰ ਸੂਰਮਤਾਈ ਦੇ ਗੁਣ ਸਿਖਾਉਣ ਵਾਲੇ ਕੌਣ ਨੇ? ਉਹ ਅਕਾਲ ਪੁਰਖ ਅੰਤਰਜਾਮੀ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਦੀ ਰੂਪ ਧਾਰਿਆ। ਆਪ ਹੀ ਸਤ ਸੰਗੀ 10ਵਾਂ ਜਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਧਾਰਿਆ। ਔਰ ਸਾਧੂਆਂ ਨੇ ਵੀ ਦੱਸ ਦਿੱਤਾ ਕਿ ਕਾਮ ਕ੍ਰੋਧ ਵੈਰੀਆਂ ਨਾਲ ਕਿਵੇਂ ਲੜਨਾ ਹੈ। ਉਹ ਲੜ ਕੇ ਦਿਖਾਇਆ। ਸਤ ਸੰਗੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕ੍ਰੋਧ ਤਾਂ ਨਹੀਂ ਨੇੜੇ ਆਇਆ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੱਖ ਸਤ ਸੰਗੀ ਸ਼ਾਸਤਰ ਵਿਦਿਆ ਅਧਿਐਨ ਕੀਤੀ। ਖਾਲਸੇ ਨੇ 10ਵੇਂ ਪਾਤਸ਼ਾਹ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉਹ ਵੀ ਜੰਗ ਹੋਏ। ਸੋ ਭਗਤ ਕਬੀਰ ਜੈਸੇ ਗੁਰਮੁਖ ਕਹਿੰਦੇ ਉਹ ਸੂਰਮਾ ਪਛਾਣ ਲਿਓ ਭਾਈ ਜਿਹੜਾ ਧਰਮ ਦੇ ਹਿੱਤ ਜੂਝਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਖਾਲਸਾ ਜੀ ਉਹ ਕਿਉਂ ਹੋਈ ਹੈ?
ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਬੜਾ ਭਾਰੀ ਕਲਯੁਗ ਦੇ ਸਮੇਂ ਸਾਕਾ ਵਰਤਾ ਕੇ ਦੱਸ ਦਿੱਤਾ। ਤਿਲਕ ਤੇ ਜੰਜੂ ਆਪਾਂ ਕਦੇ ਪਹਿਨਿਆ ਹੈ, ਕਦੇ ਮੱਥੇ ਤੇ ਤਿਲਕ ਲਾਇਆ ਖਾਲਸੇ ਨੇ, ਕਦੇ ਜੰਜੂ ਪਹਿਨਿਆ ਹੈ। ਇਹ ਖਾਲਸਾ ਜੀ ਹਿੰਦ ਵਾਸੀਆਂ ਦਾ ਧਰਮ ਹੈ, ਨਿੰਦਣੇ ਯੋਗ ਨਹੀਂ। ਹਮੇਸ਼ਾ ਵਾਸਤੇ ਰਹਿਤ ਵਹਿਤ ਜਿਹੜੀ ਬਾਹਰਲੀ ਹੈ ਉਹ ਦੇਹ ਕਰਕੇ ਹੈ, ਅੰਤਰਲੀ ਹੈ ਜਿਹੜੀ ਮਨ ਕਰਕੇ ਹੈ। ਸਾਰਿਆਂ ਪਰਬਤਾਂ ਵਿੱਚ ਹੀ ਇਸ ਤਰ੍ਹਾਂ ਜਿੱਥੇ ਬਾਹਰਲਾ ਜਨੇਊ ਸੀ, ਗਿਆਨ ਦਾ ਜੰਜੂ ਵੀ, ਗਿਆਨ ਦਾ ਸਤਸੰਗ ਜੀ ਜੰਜੂ ਹਰਦਿਆਲ ਪ੍ਰੋਧ ਦੇ ਪਹਿਨਾ ਦਿੱਤਾ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ। ਇਸੇ ਤਰ੍ਹਾਂ ਕਈ ਸਹਿਜਧਾਰੀ ਕਹਿੰਦੀ ਕਿਰਪਾ ਕਰਨੀ, ਇਹੀ ਕਿਰਪਾਨ ਪਾਉਣੀ ਚਾਹੀਦੀ ਹੈ, ਦੂਜੀ ਦੀ ਕੀ ਲੋੜ ਹੈ। ਕਿਰਪਾ ਕਰਨੀ ਮਨ ਦੀ ਤਲਵਾਰ ਹੈ, ਮਨ ਦੇ ਉੱਤੇ ਪਹਿਨਾ। ਆ ਪ੍ਰਤੱਖ ਜਿਹੜੀ ਸ੍ਰੀ ਸਾਹਿਬ ਹੈ ਤਨ ਦੇ ਉੱਤੇ ਪਹਿਨਾ। ਜਿਹੜੇ ਵਸਤੂਆਂ ਦਾ ਤਨ ਨਾਲ ਸੰਬੰਧ ਆ ਉਹ ਤਨ ਨਾਲ ਵਰਤੋ, ਜਿਹੜੀਆਂ ਵਸਤੂਆਂ ਦਾ ਗੁਣਾਂ ਦਾ ਖਾਲਸਾ ਹੀ ਮਨ ਨਾਲ ਸੰਬੰਧ ਆ ਮਨ ਦੇ ਉੱਤੇ ਪਹਿਨਾ। ਸੋ ਆਪ ਜੀ ਨੇ ਸਤ ਸੰਗਤ ਜੀ ਖਿਮਾ ਧਾਰ ਕੇ ਸ਼ਾਂਤ ਸਰੂਪ ਰਹਿ ਕਰਕੇ ਉਹਨਾਂ ਦਾ ਤਿਲਕ ਲਲਾਟ ਜਾਣੇ ਪ੍ਰਭ ਇਹ ਤਿਲਕ ਖਾਲਸੇ ਨੂੰ ਮਹਾਰਾਜ ਨੇ ਬਖਸ਼ਿਆ। ਇਸੇ ਤਰ੍ਹਾਂ ਸਤ ਸੰਗਤ ਜੀ ਜੰਜੂ ਜਿੱਥੇ ਗਿਆਨ ਦਾ ਬਖਸ਼ਿਆ ਉੱਥੇ ਪ੍ਰਤੱਖ ਵੀ ਉਹਨਾਂ ਦਾ ਜੰਜੂ। ਸਤ ਸੰਗਤ ਜੀ ਕੀ ਆ ਕੇ ਬੇਨਤੀਆਂ ਕੀਤੀਆਂ ਬ੍ਰਾਹਮਣ ਲੋਕਾਂ ਨੇ, ਮਹਾਰਾਜ ਧਰਮ ਖਿਸਕਦਾ ਜਾਂਦਾ, ਖਿਮਾ ਕਰਨੀ ਖਾਲਸਾ ਜੀ। ਅੱਜ ਐਸੀ ਹਵਾ ਚੱਲ ਪਈ, ਬ੍ਰਾਹਮਣਾਂ ਦੇ ਮੁੰਡੇ ਕਹਿੰਦੇ ਨੇ ਅਸੀਂ ਤਾਂ ਜੰਜੂ ਪਾਉਣਾ ਹੀ ਨਹੀਂ, ਜਿਵੇਂ ਸਾਡੇ ਮੁੰਡੇ ਕਹਿੰਦੇ ਨੇ ਅਸੀਂ ਤਾਂ ਅੰਮ੍ਰਿਤ ਛਕਣਾ ਹੀ ਨਹੀਂ। ਇਹ ਕਲਯੁਗ ਦੀ ਹਵਾ ਕਿਸੇ ਧਰਮ ਤੋਂ ਸਤਸੰਗ ਦੀ ਵੱਖਦੀ ਨਹੀਂ ਲੰਘੀ ਹੈ, ਸਭ ਨੂੰ ਸਤਸੰਗ ਦੀ ਬੂੰਦੀ ਜਾਂਦੀ ਹੈ, ਇਹੀ ਲੋਕ ਅਗਦੀ ਹੈ। ਅੱਜ ਸਤਸੰਗ ਜੀ ਜਿਹੜੇ ਜੰਜੂ ਵਾਸਤੇ ਬਿਲਕੁਲ ਆਏ ਸਤਸੰਗ ਜੀ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ ਚ ਧਰਮ ਨੂੰ ਦ੍ਰਿੜ ਕਰਨ ਵਾਲੇ ਅੱਜ ਉਹਨਾਂ ਦੀਆਂ ਬੰਸਾਂ ਕਹਿੰਦੇ ਲੈ ਆ ਤਾਂ ਐਵੇਂ ਭੁੱਲੇ ਰਹੇ ਸ਼ਰਾਬ ਤੋਂ, ਆ ਮਾਸ ਤੋਂ। ਉਹ ਖਾਲਸਾ ਜੀ ਅੱਜ ਦੀ ਹਵਾ ਚ ਤਿਲਕ ਜੰਜੂ ਨੂੰ ਤਿਆਗ ਰਹੇ। ਲੇਕਿਨ ਉਹ ਸਮਾਂ ਸੀ ਜਦੋਂ ਖਾਲਸਾ ਜੀ ਭਾਰਤ ਵਰਸ਼ ਦੇ ਧਰਮੀ ਲੋਕਾਂ ਨੇ ਬੇਨਤੀਆਂ ਕੀਤੀਆਂ, ਹੇ ਮਹਾਰਾਜ ਕਿਰਪਾ ਕਰੋ, ਮਲੇਸ਼ੀਆ ਦਾ ਰਾਜ ਹੈ, ਰੰਗਾ ਬੜਾ ਭਾਰੀ ਜ਼ੁਲਮ ਕਰ ਰਿਹਾ ਹੈ, ਅੱਜ ਮਹਾਰਾਜ ਸਾਡੇ ਧਰਮ ਦੀ ਰੱਖਿਆ ਕੌਣ ਕਰੇ। ਉਪਾਸਨਾ ਹਿੰਦ ਵਾਸੀ ਲੋਕ ਕੋਈ ਸ਼ਿਵ ਜੀ ਦੀ ਕਰਦਾ, ਕੋਈ ਵਿਸ਼ਨੂੰ ਦੀ ਕਰਦਾ, ਕੋਈ ਬ੍ਰਹਮਾ ਦੀ ਕਰਦਾ, ਕੋਈ ਹਨੂਮਾਨ ਦੀ ਕਰਦਾ, ਕੋਈ ਗਣੇਸ਼ ਦੀ ਕਰਦਾ, ਬੇਅੰਤ ਦੇਵਤੇ ਹਨ। ਸਭ ਤੋਂ ਵੱਡਾ ਮਹਾਦੇਵ ਅਮਰਨਾਥ ਕਿੱਥੇ ਸਤਸੰਗ ਜੀ ਕਸ਼ਮੀਰ ਦੇ ਵਿੱਚ ਜਾ ਕੇ ਭਗਤੀ ਕੀਤੀ। हे ਮਹਾਦੇਵ ਅੱਜ ਸਾਡੇ ਧਰਮ ਨੂੰ ਰੱਖਣ ਵਾਲਾ ਕੋਈ ਨਹੀਂ, ਕਿਰਪਾ ਕਰ। ਜਿਸ ਵੇਲੇ ਮਰਨ ਹਟ ਲਿਆ ਖਾਲਸਾ ਜੀ ਬ੍ਰਾਹਮਣਾਂ ਨੇ, ਉਸ ਵੇਲੇ ਬ੍ਰਾਹਮਣਾਂ ਦੇ ਮੰਡਲ ਦੇ ਵਿੱਚ ਇੱਥੇ ਬੈਠੇ ਸੀ ਵਰਤਧਾਰੀ, ਆਕਾਸ਼ ਵਿੱਚੋਂ ਚਿੱਠੀ ਉਤਰੀ, ਮਹਾਦੇਵ ਨੇ ਆਵਾਜ਼ ਦਿੱਤੀ ਕਲਯੁਗ ਦਾ ਸਮਾਂ ਹੈ, ਜੇ ਧਰਮ ਤੁਹਾਡਾ ਰਹਿ ਸਕਦਾ ਤਾਂ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਜੋ ਵੀ ਹਨ ਉਹ ਰੱਖ ਸਕਦੇ, ਹੋਰ ਕੋਈ ਨਹੀਂ ਰੱਖ ਸਕਦਾ। ਉਹ ਸਤ ਸੰਗਤ ਜੀ ਸੰਸਕ੍ਰਿਤ ਦੇਵ ਬਾਣੀ ਵਿੱਚ ਪੱਤਰਕਾਰ ਲਿਖੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਹਾਜ਼ਰ ਹੋਏ। तो खालसा जी ऐसे सतगुरु तेग बहादुर साहब जी ने ਅੰਮ੍ਰਿਤਸਰ ਸਾਹਿਬ ਵਿਖੇ ਸਾਡੇ ਮਨਾਂ ਵਿੱਚ ਸਤ ਸੰਗਤ ਜੀ ਅੰਗਰੇਜ਼ੀ ਬੜੀ ਹੋਈ ਹੈ। ਅੰਗਰੇਜ਼ੀ ਤਾਂ ਚਲੋ ਬਣਨੀ ਸੀ, ਪ੍ਰਦੇਸ਼ ਚ ਆ ਗਏ, ਉਹਨਾਂ ਦੇ ਸੰਨ ਵੀ ਬੜੇ ਹੋਏ ਆ, ਸਾਡੇ ਸੰਨ ਵੀ ਭੁੱਲ ਗਏ। ਬਾਸਤ ਵਿੱਚ ਆਪ ਜੀ ਨੇ 1607 ਖਤਰੇ ਵਿੱਚ ਅਵਤਾਰ ਧਾਰਿਆ ਬਿਕਰਮੀ, ਆਪਣਾ ਜਿਹੜਾ ਸੰਬੰਧ ਜੋ ਕਥਾ ਦੇ ਵਿੱਚ ਆਉਂਦਾ। ਜੇ ਉਹ ਮੇਲੀਏ ਤਾਂ ਸਤ ਸੰਗਤ ਜੀ 1621 ਸਮਝ ਲੈਣਾ ਈਸਵੀ ਜਿਹੜੀ ਤੁਸੀਂ ਮੱਲਈ, ਤੇ 1675 ਚ ਆਪ ਜੀ ਜੋਤੀ ਜੋਤ ਸਮਾਏ ਦਿੱਲੀ ਦੇ ਅੰਦਰ। ਬਿਕਰਮੀ ਸਤ ਸੰਗਤ ਜੀ ਇਸੇ ਤਰ੍ਹਾਂ 1632
ਆਪ ਜੀ ਨੇ ਮੱਘਰ ਦੇ ਸਤਸੰਗੀ ਚਾਨਣ ਪੱਖ ਦੀ ਪੰਚਵੀਂ ਅੱਜ ਦੇ ਦਿਨ ਸਾਧ ਸੰਗਤ ਜੀ ਆਪਨੇ ਸ਼ਹੀਦੀ ਪ੍ਰਾਪਤ ਕੀਤੀ। ਸੋ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਧਾਰੇ ਬਾਲਕ ਅਵਸਥਾ ਅੰਮ੍ਰਿਤਸਰ ਸਾਹਿਬ ਬਤੀਤ ਹੋਈ। ਸਦਾ ਵਾਸਤੇ ਵਿਰਾਗ ਅਵਸਥਾ ਚ ਰਹਿੰਦੇ। ਦਾਤੀ ਲੈ ਕੇ ਆਈ ਮਹਾਰਾਜ ਘਰੋਂ ਹੁਕਮ ਹੋਇਆ ਮੈਨੂੰ ਕਿ ਗੁਰੂ ਸਾਹਿਬ ਦੇ ਚਰਨੀ ਜਾ ਕੇ ਪਾਓ ਤੇ ਨਾਂ ਰੱਖਣ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦ ਵਿੱਚ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲਕਾਂ ਦਾ ਸੁਭਾਅ ਹੁੰਦਾ ਜਾਂ ਦਾੜੀ ਨੂੰ ਹੱਥ ਪਾਉਂਦੇ ਆ ਜਾਂ ਮੋਢੇ ਨੂੰ ਜਾਂ ਝੱਗੇ ਨੂੰ ਜਾਂ ਗਲ ਨੂੰ ਮਾਂ ਬਾਪ ਦੇ ਪਾਉਂਦੇ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਲਸਾ ਜੀ ਮੀਰੀ ਪੀਦੀਆਂ ਸ੍ਰੀ ਸਾਹਿਬਾਂ ਪਹਿਨੀਆਂ ਸੀ। ਛੇਵੇਂ ਪਾਤਸ਼ਾਹ ਦੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਜਿਸ ਵੇਲੇ ਦਾਸੀ ਨੇ ਬੇਨਤੀ ਕੀਤੀ ਮਹਾਰਾਜ ਘਰੋਂ ਹੁਕਮ ਹੋਇਆ ਵੀ ਸਾਹਿਬਜ਼ਾਦੇ ਦਾ ਨਾਂ ਰੱਖਣਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਇਹਨਾਂ ਨੇ ਤਾਂ ਆਪਣਾ ਨਾਂ ਆਪ ਹੀ ਰਖਾ ਲਿਆ। ਕਹਿੰਦੇ ਇਹਨਾਂ ਦਾ ਤੇਗ ਬਹਾਦਰ। ਆ ਦੇਖੋ ਮੁੱਠੇ ਨੂੰ ਹੁਣੇ ਹੀ ਤੇਗ ਦੇ ਨੂੰ ਹੱਥ ਪਾਉਂਦੇ। ਐਸੇ ਅਚਰਜ ਕੌਤਕ ਸਾਧ ਸੰਗਤ ਜੀ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਗਟ ਕੀਤੇ। ਉਹ ਬਚਨ ਛੇਵੇਂ ਪਾਤਸ਼ਾਹ ਦੀ ਰਚਨਾ ਤੋਂ ਨਿਕਲੇ ਹੋਏ ਅੱਜ ਦੇ ਦਿਨ ਪੂਰੇ ਕਰਕੇ ਦਿਖਾ ਦਿੱਤੇ। ਨਿਰੰਗਾ ਵੀ ਕਹਿੰਦਾ ਸੀ ਕਿਹੜੀ ਤੁਸੀਂ ਤੇਗ ਦੀ ਬਹਾਦਰੀ ਕੀਤੀ ਹੈ। ਤੇਗ ਬਹਾਦਰ ਨਾਂ ਰਖਾਇਆ। ਆਪ ਜੀ ਨੇ ਹੰਕਾਰ ਨਹੀਂ ਕੀਤਾ। ਕੀ ਕਿਹਾ ਕਿ ਹੇ ਔਰੰਗਜ਼ੇਬ ਨਾਮ ਧਰਮ ਹੈ ਸਰੀਰਾਂ ਦਾ ਹਰ ਇੱਕ ਦੇ ਨਾਮ ਰੱਖੇ ਜਾਂਦੇ ਲੇਕਿਨ ਇਹ ਜਿਹੜਾ ਸਾਡਾ ਨਾਮ ਹੈ ਇਹ ਸਾਡੇ ਪਿਤਾ ਜੀ ਨੇ ਰੱਖਿਆ। ਉਹਨਾਂ ਦੀ ਰਚਨਾ ਦੇ ਬਚਨ ਕਦੇ ਝੂਠੇ ਨਹੀਂ ਹੋ ਸਕਦੇ। ਜੇ ਉਹਨਾਂ ਨੇ ਸਾਡਾ ਨਾਮ ਤੇਗ ਬਹਾਦਰ ਰੱਖ ਦਿੱਤਾ ਤੇਰੀ ਜ਼ੁਲਮ ਨਾਲ ਜਿਹੜੀ ਖੁੰਡੀ ਨਹੀਂ ਨਾ ਹੋਈ ਕਰਦੇ ਦੀ ਜ਼ੁਲਮ ਤਲਵਾਰ ਸਰਮਦ ਵਰਗੇ ਬ੍ਰਹਮ ਗਿਆਨੀ ਫਕੀਰ ਵੀ ਤਾਂ ਕਤਲ ਕਰ ਦਿੱਤੇ ਬੇਅੰਤ। ਅੱਜ ਇਹ ਜਿਹੜੀ ਤਲਵਾਰ ਜ਼ੁਲਮ ਦੀ ਸਾਡਾ ਸੀਸ ਤਾਂ ਕੀ ਕੱਟਣਾ ਕੱਚਾ ਧਾਗਾ ਵੀ ਨਹੀਂ ਕੱਟਦੀ। ਇਹ ਸਾਡੇ ਪਿਤਾ ਜੀ ਦੇ ਬਚਨ ਝੂਠੇ ਨਹੀਂ ਹੋਣਗੇ ਕਦੇ। ਤੋ ਖਾਲਸਾ ਜੀ ਆਪ ਜੀ ਨੇ ਤੇਗ ਬਹਾਦਰ ਸਾਹਿਬ ਨਾਮ ਰੱਖਿਆ ਜਾਣਾ। ਛੇਵੇਂ ਪਾਤਸ਼ਾਹ ਦਾ ਬੜਾ ਭਾਰੀ ਪਰਿਵਾਰ ਸੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰ। 3 ਮਹਿਲ ਸਨ। 5 ਸਾਹਿਬਜ਼ਾਦੇ ਆਪ ਜੀ ਸਾਰਿਆਂ ਨਾਲੋਂ ਛੋਟੇ ਸਨ। ਕਰਤਾਰਪੁਰ ਦਾ ਜੰਗ ਹੋਇਆ। ਲਾਲ ਚੰਦ ਸਾਸਰੀ ਸਿੱਖੀ ਗੋਤ ਦਾ ਖੱਤਰੀ ਲਖਨੌਰ ਦਾ ਨਿਵਾਸੀ ਮਹਾਰਾਜ ਦੇ ਚਰਨਾਂ ਦਾ ਪ੍ਰੇਮੀ ਛੇਵੇਂ ਪਾਤਸ਼ਾਹ ਦੇ ਕਹਿੰਦਾ ਮਹਾਰਾਜ ਤੇਰੀ ਪੁੱਤਰੀ ਹਾਜ਼ਰ ਹੈ। ਬਿਸ਼ਨ ਕੌਰ ਸਾਧ ਸੰਗਤ ਜੀ ਇਹ ਨਾਨੀ ਸੀ 10ਵੇਂ ਪਾਤਸ਼ਾਹ ਦੀ। 9ਵੇਂ ਪਾਤਸ਼ਾਹ ਦੀ ਸੱਸ ਲੱਗਦੀ ਸੀ। ਦੋਨੋਂ ਲਾਲ ਚੰਦ ਤੇ ਬਿਸ਼ਨ ਕੌਰ ਪਤੀ ਸਤੀ ਹਾਜ਼ਰ ਹੋਏ। ਮਹਾਰਾਜ ਇਹ ਗੁਜਰੀ ਸਾਡੀ ਲੜਕੀ ਹੈ ਕਿਰਪਾ ਕਰੋ ਸੂਰਜ ਮਲ ਨੂੰ ਪ੍ਰਣਾ ਦਿਓ। ਉਸ ਵੇਲੇ ਖਾਲਸਾ ਜੀ ਮਹਾਰਾਜ ਕਹਿੰਦੇ ਸੂਰਜ ਮਲ ਤਾਂ ਭਾਈ ਗਿਆ ਹੋਇਆ। ਕਹਿਣ ਲੱਗੇ ਮਹਾਰਾਜ ਦੂਸਰਾ ਸਾਹਿਬਜ਼ਾਦਾ ਅਣੀਰਾਏ ਸੀ ਮਸਤ। ਕਹਿੰਦੇ ਮਹਾਰਾਜ ਸਾਡੀ ਇੱਛਾ ਪੂਰੀ ਕਰੋ ਸਾਨੂੰ ਉਦਾਸ ਨਾ ਕਰੋ। ਉਸ ਵੇਲੇ ਖਾਲਸਾ ਜੀ 9ਵੇਂ ਪਾਤਸ਼ਾਹ ਨੇ ਸ਼ਾਦੀ ਕਰਤਾਰਪੁਰ ਆਪ ਜੀ ਨੇ ਸਾਧ ਸੰਗਤ ਜੀ 1699 ਵਿਕਰਮੀ ਸਾਧ ਸੰਗਤ ਜੀ ਕੀਤੀ। ਆਪ ਜੀ ਇੱਥੋਂ ਜਾ ਕੇ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਜੋਤੀ ਜੋਤ ਸਮਾਏ। ਜਿਸ ਵੇਲੇ ਸਮਾਉਣਾ ਸੀ ਉਸ ਵੇਲੇ ਮਾਤਾ ਨਾਨਕੀ ਜੀ ਨੇੜੇ ਹੋਈ। ਕਹਿਣ ਲੱਗੀ ਹੇ ਪਤੀ ਦੇਵ ਗੁਰਤਾ ਗੱਦੀ ਤੁਸੀਂ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਦੇ ਦਿੱਤੀ। ਮੇਰਾ ਇੱਕ ਪੁੱਤਰ ਬੜਾ ਸਿਆਣਾ ਸੀ ਬਾਬਾ ਅਟਲ ਰਾਏ ਜੀ। ਉਹ ਸੋਹਣੀ ਖੱਤਰੀ ਦੇ ਲੜਕੇ ਗੁਰਮੁਖ ਨੂੰ ਜੋ ਸੱਪ ਲੜ ਕੇ ਮਰ ਗਿਆ ਸੀ ਉਹਨੂੰ ਜਿਉਂਦਾ ਕਰਦੇ ਵੱਡੇ ਆਪਣਾ ਸੱਚਖੰਡ ਨੂੰ ਚਲੇ ਗਏ। ਅੱਜ ਮੇਰਾ ਇੱਕੋ ਇੱਕ ਪੁੱਤਰ ਹੈ ਮੇਰੀ ਗੋਦ ਵਿੱਚ। ਇਹ ਭੋਲਾ ਹੈ ਕਿਸੇ ਨਾਲ ਗੱਲ ਨਹੀਂ ਕਰਦਾ ਆਪਣੇ ਵਿੱਚ ਮਸਤ ਰਹਿੰਦਾ ਆਪਣੇ ਸੁਭਾਅ ਦੇ ਅੰਦਰ। ਮੇਰਾ ਗੁਜ਼ਾਰਾ ਕਿਵੇਂ ਹੋਵੇਗਾ। ਮੇਰੀ ਸੌਕਣ ਹੈ ਮਰਵਾਹੀ। ਇਹਦਾ ਦੇਖੋ ਕਿੰਨੇ ਦੋਨੋਂ ਸਿਆਣੇ ਪੁੱਤਰੇ। ਛੋਟਾ ਭਾਵੇਂ ਅਣੀ ਰਾਏ ਮਾਸਤਾ ਭੱਟ ਸੂਰਜ ਮੱਲ ਤੋਂ ਬੜਾ ਸਿਆਣਾ ਹੈ।
ਜਿਨ੍ਹਾਂ ਦੀ ਬਸ ਹੁਣ ਵੀ ਅਨੰਦਪੁਰ ਸਾਹਿਬ ਵਿੱਚ ਸ਼ੋਭਤ ਹੈ। ਉਸ ਵੇਲੇ ਖਾਲਸਾ ਜੀ ਛੇਵੇਂ ਪਾਤਸ਼ਾਹ ਕਹਿੰਦੇ ਨਾਨਕੀ ਕੀ ਚਾਹੁੰਦੀ ਹੈ? ਕਹਿੰਦੇ ਮਹਾਰਾਜ ਕਿਰਪਾ ਕਰੋ ਮੇਰੇ ਪੁੱਤਰ ਨੂੰ ਵੀ ਗੁਰਤਾ ਗੱਦੀ ਮਿਲੇ। ਸਤਿਗੁਰੂ ਜੀ ਭੋਜਨ ਛਕ ਕੇ ਹਟੇ ਸੀ, ਰਮਾਲ ਸੀ ਹੱਥ ਵਿੱਚ, ਜਦੇ ਹੀ ਝੋਲੀ ਚ ਪਾਤਾ। ਕਹਿੰਦੇ ਲੈ ਧਰਮ ਧੁਜ ਹੋਣਗੇ, ਸਾਰੇ ਭਾਰਤ ਵਰਸ਼ ਦਾ ਧਰਮ ਦੇ ਥੰਮ ਹੋਣਗੇ ਔਰ ਧਰਮ ਰੱਖਣਗੇ। ਆ ਲੈ ਤੇਰੇ ਘਰ ਵੀ ਗੁਰਤਾ ਗੱਦੀ ਆਊ, ਤੂੰ ਬੜੀ ਆਜੂ ਵਾਲੀ ਹੋਵੇਂਗੀ, ਪੋਤਰੇ ਦੇ ਦਰਸ਼ਨ ਕਰੇਗੀ। 10ਵੇਂ ਪਾਤਸ਼ਾਹ ਨੇ ਉਤਾਰ ਧਾਰਨਾ। ਇਹ ਵਰ ਪ੍ਰਾਪਤ ਕਰਕੇ ਖਾਲਸਾ ਜੀ, ਮਾਤਾ ਜੀ, ਭਾਈ ਗੜੀਆ ਜੀ, ਭਾਈ ਦਵਾਰਕਾ ਦਾਸ, ਇਹ ਜਿਹੜੇ ਗੁਰਮੁਖ ਸਿੱਖ ਸੀ ਬ੍ਰਹਮ ਗਿਆਨੀ, ਧਰਤੀ ਸਾਰੀ ਨੂੰ ਸੋਨੇ ਦੀ ਬਣਾ ਦੇਣ ਵਾਲੇ ਗੜੀਏ ਵਰਗੇ, ਉਹ ਬਾਬੇ ਬਕਾਲੇ ਆ। ਬਾਬੇ ਬਕਾਲੇ 26 ਸਾਲ ਖਾਲਸਾ ਜੀ 9ਵੇਂ ਪਾਤਸ਼ਾਹ ਨੇ ਬੜਾ ਭਾਰੀ ਤਪ ਕੀਤਾ, ਸਿਮਰਨ ਭਜਨ, ਕਿਸੇ ਨੂੰ ਕੁਝ ਨਹੀਂ ਕਿਹਾ। ਖਾਲਸਾ ਜੀ ਗਰੀਬੀ ਦੇ ਸਹਿਤ ਜੈਸਾ ਵੀ ਸਤ ਸੰਗਤੀ ਬਿਰਧ ਹੋਣਾ, ਉਸ ਅਨੁਸਾਰ ਗਰੀਬਾਂ ਨੂੰ ਮਾਤਾ ਨਾਨਕੀ ਨੇ ਦਾਨ ਕਰਨਾ ਔਰ ਅੱਠੇ ਪੈਰ ਸਿਮਰਨ ਭਜਨ ਵਿੱਚ ਲੀਨ ਰਹਿਣਾ। ਜਿਸ ਵੇਲੇ ਸਤ ਸੰਗਤ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ, ਸੰਗਤਾਂ ਨੇ ਦਿੱਲੀ ਦੀਆਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਸੰਗਤ ਕਿਹਦੇ ਲੜ ਲੱਗੇਗੀ? ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਹੇ, ਬਾਬਾ ਬਸੈ ਵਿੱਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸਨ। ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ ਸਤ ਸ੍ਰੀ ਬਾਬਾ ਗੁਰੂ ਦਿੱਤਾ ਜੀ ਦੇ ਸਾਹਿਬਜ਼ਾਦੇ ਸੀ, ਭਤੀਜਿਆਂ ਦੇ ਸੌ ਲੱਗਦੇ। ਧੀਰ ਮੱਲ ਵੀ ਆਪ ਜੀ ਦਾ ਭਤੀਜਾ ਲੱਗਦਾ। ਉਸੇ ਵੇਲੇ ਖਾਲਸਾ ਜੀ ਮਾਇਆ ਦੇ ਲੋਭੀ ਜਿੰਨੇ ਥੋੜੀ ਲੋਕ ਸੀ, 22 ਮੰਡੀਆਂ ਜਾ ਕੇ ਲਾ ਦੇਣੀਆਂ। ਉਹ ਧੰਨ ਭਾਗ ਸਤ ਸੰਗੀ ਮੱਖਣ ਸ਼ਾਹ ਲਵਾਣੇ ਵਰਗੇ ਗੁਰਮੁਖ ਬੜਾ ਭਾਰੀ ਸਤ ਸੰਗੀ ਵਪਾਰ ਕਰਦੇ, ਲਾਭ ਪ੍ਰਾਪਤ ਹੋਣਾ। ਗੁਰੂ ਸਾਹਿਬ ਦੇ ਸਤ ਸੰਗੀ ਚਰਨਾਂ ਚ ਲਿਆ ਕੇ ਦਸੌਂਦ ਭੇਟਾ ਰੱਖਣੀ। ਆ ਕੇ ਮਨ ਡੋਲ ਗਿਆ, ਕਿਹਦੇ ਅੱਗੇ ਭੇਟਾ ਰੱਖੀਏ? ਗੁਰੂ ਦਾ ਲੋਪ ਹੈ। ਬਾਬੇ ਬਕਾਲੇ ਆ ਗਏ, 5-5 ਮੋਹਰਾਂ ਸਾਰੇ 22 ਮੰਜੀਆਂ ਵਾਲਿਆਂ ਨੂੰ ਟੇਕੀਆਂ, ਨਾਲੇ ਬੇਨਤੀ ਹਿਰਦੇ ਚ ਕਰਦੀ, ਮਹਾਰਾਜ ਮੈਂ ਕਮਜ਼ੋਰ ਹਾਂ, ਮੇਰੀ ਇੰਨੀ ਪਹੁੰਚ ਨਹੀਂ ਜਿਹੜੀ ਮੈਂ ਪਛਾਣ ਸਕਾਂ ਗੁਰੂ ਨੂੰ। ਆਪ ਹੀ ਮੰਗ ਲਿਓ ਮਹਾਰਾਜ, ਥੋੜੀ ਭੇਟਾ ਤੁਹਾਡੇ ਮੈਂ ਹਾਜ਼ਰ ਕਰਨ ਆਇਆ। ਝੂਠੇ ਹੀ ਵੜ ਦਿੰਦੇ ਰਹੇ 5-5 ਮੋਹਰਾਂ ਲੈ ਕੇ, ਕੋਈ ਕਿਸੇ ਨੇ 500 ਮੋਹਰ ਨਾ ਮੰਗੀ। ਉਦਾਸ ਹੋ ਗਿਆ। ਆਪਣੇ ਸੱਤ ਜਿੱਥੇ ਉਤਰਿਆ ਸੀ ਤੰਬੂਆਂ ਚ ਸੂਰਮੇ ਬਹੁਤ ਨਾਲ ਸੀ, ਵਪਾਰੀ ਸੀ ਤਗੜਾ ਸੱਤ ਸਮਝੀ ਮੱਖਣ ਸ਼ਾਹ। ਰਾਤ ਨੂੰ ਨੀਂਦ ਨਹੀਂ ਆਈ, ਉਦਾਸ ਹੈ, ਕਾਮਨਾ ਪੂਰੀ ਹੋ ਗਈ, ਭੇਟਾ ਕਿੱਥੇ ਦੇਵਾਂ? ਅਗਲੇ ਦਿਨ ਸਤ ਸੰਗਤ ਜੀ ਰਾਤ ਦੀ ਜਿਹੜੀ ਜਾਗਰਤਾ ਸੀ ਉਹਦੀ, ਉਹ ਗੁਰੂ ਘਰ ਵਿੱਚ ਪ੍ਰਮਾਣ ਹੋਈ। ਕਿਸੇ ਨੇ ਦੱਸ ਦਿੱਤਾ, ਕਹਿੰਦੇ ਇੱਥੇ ਬਾਬੇ ਬਕਾਲੇ ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਸਾਹਿਬਜ਼ਾਦਾ, ਉਹਨੂੰ ਤੇਗਾ ਕਹਿੰਦੇ ਆ, ਕਮਲਾ, ਜਿਹੜਾ ਨਾ ਕਿਸੇ ਨਾਲ ਬੋਲੇ ਖਾਲਸਾ ਜੀ, ਨਾ ਕੋਈ ਵਿਹਾਰਾਂ ਚ ਦਖਲ ਦੇਵੇ, ਉਹਨੂੰ ਕਹਿੰਦੇ ਲੋਕ ਕਮਲਾ, ਇਹਨੂੰ ਅਕਲ ਹੀ ਨਹੀਂ। ਉਹ ਇੱਥੇ ਰਹਿੰਦੇ ਨੇ, ਤੂੰ ਗਿਆ? ਕਹਿੰਦੇ ਮੈਂ ਇੱਥੇ ਤਾਂ ਨਹੀਂ ਗਏ। ਅਗਲੇ ਦਿਨ ਖਾਲਸਾ ਜੀ ਭਾਗ ਖੁੱਲਣੇ ਸੀ। ਭਾਵਨਾ ਧਾਰ ਕੇ ਸਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਨੂੰ ਚੱਲਿਆ। ਮਾਤਾ ਜੀ ਨੂੰ ਜਾ ਕੇ ਮਿਲਿਆ। ਮਾਤਾ ਜੀ ਨੇ ਸਤ ਸੰਗਤ ਇਸ਼ਾਰਾ ਭੋਰੇ ਵਿੱਚ ਨੂੰ ਕਰ ਦਿੱਤਾ। ਜਿਸ ਵੇਲੇ ਭੋਰੇ ਚ ਉਤਰਿਆ, ਉਸੇ ਤਰ੍ਹਾਂ ਹੀ 5 ਮੋਹਰਾਂ ਮੂਹਰੇ ਰੱਖ ਕੇ ਮੱਥਾ ਟੇਕਿਆ। ਨਾਲੇ ਭਾਵਨਾ ਧਾਰੀ, ਮਹਾਰਾਜ ਕਿਰਪਾ ਕਰਿਓ, ਜੇ ਤੁਸੀਂ ਅਸਲੀ ਸਰੂਪ ਹੋ ਤਾਂ ਆਪਣੀ ਭੇਟਾ ਆਪ ਹੀ ਮੰਗ ਲਿਓ। ਜਦੋਂ ਇਹ ਭਾਵਨਾ ਸੰਕਲਪ ਰੱਖ ਕੇ ਖਾਲਸਾ ਜੀ ਆਪ ਨੇ ਮੱਥਾ ਟੇਕਿਆ, ਜਦ ਹੀ ਮਹਾਰਾਜ ਕਹਿੰਦੇ, ਭਾਈ ਗੁਰੂ ਕੇ ਮਾਇਆ ਦੇ ਭੁੱਖੇ ਤਾਂ ਹੈ ਨਹੀਂ, ਸਿੱਖਾ ਤੇਰੀ ਸਿੱਖੀ ਨਹੀਂ ਸੀ ਨਿਭਣੀ। ਮੈਂ ਡੋਲ ਜਾਣਾ ਸੀ, ਮੈਂ ਕਿਹੜੇ ਗੁਰੂ ਕੋਲੇ ਜਾਵਾਂ? ਜੇ ਸਾਡਾ ਸਿੱਖ ਡੋਲਦਾ ਫਿਰ ਸਾਨੂੰ ਲਾਜ ਹੈ। ਆ ਦੇਖਦਾ ਸਾਡਾ ਮੋਢਾ, ਤੇਰਾ ਜਹਾਜ਼ ਬੰਨੇ ਲਾਇਆ, ਆ ਦੇਖ ਰਗੜ ਲੱਗੀ।
जद ही खालसा जी रोम रोम खड़ा हो गया। माया जी केड़ी गल सी, कहना महाराज गुप्त बैठे हो, कृपा करो प्रगट होवो। संगतां डोलदियां फिरदियां, गुरु नानक देव जी फलवाड़ी सारी कमड़ाई पई है। माली तो बिना बाड़ी नहीं सदे टहक सकती है, गुरु तो बिना भाई सिख भी नहीं टहक सकते। अज जे अपने हिरदे की प्रसन्नता है तो भाई संगत जाके गुरु ग्रंथ साहब के कोले बैठ के है, इत्थे ही कीर्तन है, इत्थे ही कथा है, इत्थे ही पाठ है। कहने लगा महाराज कृपा करो, मैं तो प्रगट करूं। कहते तेरा काला मुंह करांगे। जदे ही था संगत जी किथे सिख तो रह हुंदा, जिथे माता नानकी जी रसोई सी, जाके तवे तो हाथ काल करके काले हथ काला मुंह करके कोठे ते चढ़ के आ भुलिए संगते गुर लातो रे, भुलिए संगते गुर लातो रे। परना फेरदा तहानू साध संगत जी जिन्ने प्रेमी सी सारे ही एकदम साध संगत जी इकट्ठा होई। बड़ा भारी दीवान सजिया, संगतां साध संगत जी हुम हुमा के आईयां। सारे बाई मंजियां वाले कम उठे, जिन्हां चो धीरमल मुखी सी, ਇਹਦਾ ਮੂੰਹ ਤਾਣਾ ਸੀ ਹਾਂ ਮਸੰਦ, ਜਿਹਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ 'ਚ ਗੋਲੀ ਮਾਰੀ। ਖਾਲਸਾ ਜੀ ਆਖੋ ਵਾਹਿਗੁਰੂ। ਮਹਾਰਾਜ ਨੇ ਐਸਾ ਹੰਗੂਰਾ ਦਿੱਤਾ, ਮੱਥਾ ਦਾ ਸਾਰੀ ਮਾਸ ਚੱਟ ਕੇ ਲੰਘ ਗਈ, ਬਚਾਅ ਹੋ ਗਿਆ। ਮਾਤਾ ਨਾਨਕੀ ਜੀ ਨੱਠੀ ਆਈ, हे पापियो मेरे पुत्र ने, असीं थोड़े घर नहीं कदे गए, मेरे पुत्र ने कोई थोनू फिक्का नहीं बोलिया, थोड़ा कुछ होया नहीं। असी तो सत संगत जी है खिलाफ होया। मक्खण शाह उस वेले सत संगत जी पूजा करके चलिया गया सी आपदे तंबूआं च। जदों गोली चली दा खड़ाक सुनिया, मक्खण शाह नूं बड़ा दुखी होया। कहंदा ओहो आ की होया। जदों आके खबर लई, इधर सीहे मसंद ने जो सत संगत जी धीर मरदा सीगा पूरे अरदलिया, जिन्ना चढ़त चढ़ी सी सारियां पंडा बन के खालसा जी धीरमल दे डेरे लै गया। नाले झटकां दित्तियां, खबरदार किधरों तेनू चा आया भोरे चों निकल के बैठण दा गुरु बनदा। सतगुरु जी कुछ नहीं बोले। मक्खण शाह ने सत संगत जी अगले दिन 500 सूरमा नाल लैके धीरमल दे डेरे ते हमला कीता। रातों रात उन्हें नठ जाना। इधर जिहड़ा सरूप करतारपुर साहब है वो भी रख लेना, होर सारा माल साथ सोनी लुट लेना धीरमल का। लेकिन गुरु तेग बहादुर साहब ने अगले दिन वापस करवा दिया। विचार करनी कि संगत इत्थे ईरखा करते हैं जिहड़े सोडी, चलो इत्थों चलीए। अंमृतसर चाले पाए, कहा सत संगी न बसाते अमृत सरिए, तृष्णा अग्नि अंदर खड़िए। उन्होंने जांदियां ने दरवाजे लारे, गुरु तेग बहादुर जी आ गए, अमृतसर तेरा कब्जा करता। उत्थे भी सत संगत जी बाहर सरोवर इशनान करके, थड़ा साहब गुरुद्वारा गुरु तेग बहादुर साहब जी अकाल तख्त के बराबर है, उथों बैठ के ही आप जी सत संगत बल्ले फेर के आना। उत्थे आके अंमृतसर दीआं माइयां ने बख्शाउणा, ना महाराज कृपा करो, तुसीं तां बचन कैड़े कर चले। महाराज कहंदे अच्छा माता हो, जो हरमंदिर साहब रोज दर्शन करया करन, उन्हां दा हिरदा नहीं छड़िया करेगा। अज भी संगतां सत संगत प्रेमी तड़के एवें नहीं भीड़ हुंदी अंमृतसर साहब, सारे पहला विहार करन तो सारियां संगतां दर्शन करन। वापस आके बाबे बकाड़े चाले पा देने। ਸਰੂਪ ਸਾਧ ਸੰਗੀ ਵਿਆਸਾ ਨੂੰ ਅਮਾਨਤ ਦੇ ਦੇਣੀ, ਧੀਰਮਲ ਨੇ ਲੈ ਜਾਣਾ, ਕੀਰਤਪੁਰ ਸਾਹਿਬ ਵੱਲ ਆਉਣਾ, ਇੱਥੋਂ ਸਾਧ ਸੰਗੀ ਅਨੰਦਪੁਰ ਸਾਹਿਬ ਵਸਾਉਣਾ। ਮਾਤਾ ਨਾਨਕੀ ਦੇ ਚੱਕ ਕਰਕੇ ਹੁਣ ਤੱਕ ਵੀ ਸਾਧ ਸੰਗ ਜੀ ਉਹ ਜਗ੍ਹਾ ਮਸ਼ਹੂਰ ਹੈ। ਕਾਗਜ਼ਾਂ ਦੇ ਵਿੱਚ ਵੀ ਸਾਧ ਸੰਗੀ ਪ੍ਰਗਟ ਹੈ। ਭੀਮ ਚੰਦ ਰਾਜੇ ਨੂਰੀਏ ਦਾ ਪਿਓ ਦੀਪ ਚੰਦ ਮਰਿਆ ਸੀ ਉਦੋਂ। ਭੋਗ ਤੇ ਮਹਾਰਾਜ ਨੂੰ ਸੱਦਣਾ, बड़ा सत्कार किया उन्होंने दिनों में साध संगत जी। बाखियों दैत जो गोंदवाल साहब तो कढ़िया सी गुरु अमरदास जी ने, वो उत्थे पिपल ते रहिंदा सी। रात नूं महाराज दे चरनी पै गया, कहंदा महाराज किते टिकण भी देवोगे? कहंदे भाई तेरा की बिगाड़िया? कहंदे महाराज जेड़े थोड़े सिख बाणी पढ़दे सानू नहीं चंगे लगदे।
ਸਾਡਾ ਹਿਰਦਾ ਦੁਖਦਾ, ਅਸੀਂ ਤਾਂ ਉਦੋਂ ਉੱਜੜ ਕੇ ਆਏ ਸੀ ਗੋਂਦਵਾਲ ਸਾਹਿਬ ਤੋਂ। ਮਹਾਰਾਜ ਕਹਿੰਦੇ ਕੋਈ ਨਹੀਂ ਤੁਹਾਨੂੰ ਅੱਗੇ ਨੂੰ ਰੋਕਦਾ, ਜਾਓ ਸਰਹੰਦ ਸਰਾਪੀ ਹੋਈ ਹੈ, ਜ਼ੁਲਮ ਕਰਨ ਵਾਲੇ ਲੋਕ ਨੇ ਤੇ ਉੱਥੇ ਚਲਿਆ ਜਾ। ਵਾਕਿਓ ਦੈਤ ਕੱਢ ਕੇ ਅਨੰਦਪੁਰ ਸਾਹਿਬ ਸਾਧੂ ਜੀ ਬਿਠਾ ਦਿੱਤਾ। ਮੁਸਲਮਾਨ ਪੀਰ ਨੇ ਤਰਕ ਕੀਤੀ, ਗੁਰੂ ਬਰਕਤ ਖਵਾਉਂਦੇ ਨੇ, ਉਹ ਵਿੱਚ ਮਾਇਆ ਦੇ ਵਿੱਚ ਫਸੇ ਹੋਏ ਜਿਹੜੀਆਂ ਬਿਲਡਿੰਗਾਂ ਪਾ ਰਹੇ, ਉਸ ਨੂੰ ਸਤ ਸੰਗਤ ਜੀ ਮੱਥੇ ਤੇ ਹੱਥ ਰੱਖ ਕੇ ਦਿਖਾ ਦਿੱਤਾ। ਨਜ਼ਾਰੇ ਬਕੁੰਠ ਧਾਮ ਦੇ, ਬੜਾ ਭਾਰੀ ਦੁੱਧ ਦੀ ਝੱਗ ਵਰਗੀ ਸਤ ਸੰਗੀ ਸੇਜਾ ਤੇ ਬੈਠਾ। ਇੱਕ ਸੁਖੀ ਪੁਰਸ਼ ਨੂੰ ਪੁੱਛਿਆ ਤੂੰ ਕੀ ਦਾਨ ਕੀਤਾ? ਕਹਿੰਦਾ ਮੈਂ ਕੀ ਦਾਨ ਕਰਨਾ ਸੀ, ਇਹ ਮੁਸਲਮਾਨ ਫਕੀਰ ਮੇਰੀ ਸ਼ੇਰ ਦੀ ਜੂਨੀ ਸੀ। ਦੋ ਸਾਧੂ ਆ ਗਏ, ਗੜਿਆਂ ਦੀ ਵਰਖਾ ਹੋਈ, ਮੇਰੀ ਜਿੱਥੇ ਘੁਰਨਾ ਸੀ ਉੱਥੇ ਵਿੱਚ ਵੜ ਗਏ। ਜਦ ਮੈਂ ਦੇਖਿਆ ਵੀ ਮੇਰੇ ਘੁਰਨੇ ਵਿੱਚ ਦੋ ਸਾਧੂ ਨੇ, ਮੈਂ ਬਾਹਰ ਹੀ ਸਾਰੀ ਵਰਖਾ ਤੇ ਗੜੇ ਸਿਰ ਤੇ ਸਾਰੇ, ਮੇਰੀ ਮੌਤ ਹੋਈ। ਇੱਕ ਰਾਤ ਮੈਂ ਆਪਣਾ ਘੁਰਨਾ ਸਾਧੂਆਂ ਨੂੰ ਦਿੱਤਾ। ਆ ਮੈਨੂੰ ਬਕੁੰਠ ਦੇ ਵਿੱਚ ਕੀ ਸੋਹਣੇ ਮਕਾਨ ਮਿਲੇ ਹੋਏ। ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੰਕਾ ਕਰਨਾ, ਜਿੱਥੇ ਗੁਰੂ ਸਾਹਿਬ ਜੀ ਸਥਾਨ ਬਣਾ ਰਹੇ ਨੇ, ਸੰਗਤਾਂ ਉੱਥੇ ਭਜਨ ਕਰਨਗੇ, ਬੜੇ ਭਾਰੀ ਉੱਥੇ ਪ੍ਰਵਾਹ ਕਰਨਗੇ ਸੁਮਨ ਭਜਨ ਤੇ। ਉਸੇ ਵੇਲੇ ਚਰਨੀ ਪਿਆ ਖਾਲਸਾ। ਅਨੰਦਪੁਰ ਸਾਹਿਬ ਵਸਾ ਕਰਕੇ ਦਸਵੇਂ ਪਾਤਸ਼ਾਹ ਨੇ ਫਰਮਾਇਆ, ਮੁਰਬਤ ਪੂਰਬ ਗੀਤ ਬਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਕਰਵੈਣੀ ਭਏ, ਪੁੰਨ ਦਾਨ ਤਨ ਕਰਤ ਬਤੈ, ਸਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲੇ। ਇਤਾਦਿਕ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਆਪ ਬਚਨ ਕੀਤੇ ਹੋਏ ਹਨ। ਜਿਸ ਵੇਲੇ ਪੂਰਬ ਦੇ ਇਲਾਕੇ ਨੂੰ ਚਰਨ ਚਾਲੇ ਕੀ ਪਾਏ, ਇੱਥੇ ਰੋਪੜ ਦੇ ਵਿੱਚ ਦੀ ਹੁੰਦਿਆਂ ਹੋਇਆ ਖਾਲਸਾ ਜੀ ਆਪ ਜੀ ਸਤ ਸੰਗਤ ਜੀ ਅੱਗੇ ਵਧੇ। ਬਸੀ ਪਠਾਣਾ, ਆਨੰਦਪੁਰ ਕਲੌੜ, ਬਕਾਰੋਂਪੁਰ, ਆਕੜ, ਪਗੜਾਣਾ, ਦਹਿਲਪੁਰਾ ਆਦਿ ਸਤ ਸੰਗਤ ਜੀ, ਇੱਧਰ ਲੰਗ ਚਲੇਲਾ ਆਦਿ ਸਤ ਸੰਗਤ ਜੀ, ਇੱਧਰ ਨਾਭੇ ਵੱਲ ਨੂੰ ਸਤ ਸੰਗਤ ਜੀ ਆਪ ਜੀ ਆਏ ਹਨ। ਸਿਪੜੋ ਵਗੈਰਾ, ਇਸੇ ਤਰ੍ਹਾਂ ਧੰਗੇੜਾ, ਰੋਟੀ ਰੋਟਾ ਦੌ ਸਤ ਸੰਗਤ ਜੀ ਮੂੜੋ ਆੜ, ਧੌਲਾ ਤਪਾ ਆਦਿਕਾ ਮਾਲਵੇ ਨੂੰ ਆ ਕੇ ਸਤ ਸੰਗੀ ਤਾਰਿਆ। ਸਹਿਜੇ ਛੇਦੇ ਸੰਗਤਾਂ ਨੂੰ ਬਾਂਦਰ ਦੀਆਂ ਨੂੰ ਨਿਹਾਲ ਕਰਦੇ ਹੋਏ ਆਪ ਜੀ ਸਤ ਸੰਗੀ ਦਮਦਮੇ ਸਾਹਿਬ ਪਹੁੰਚੇ, ਜਿੱਥੇ ਗੁਰੂ ਦਸਵੇਂ ਪਾਤਸ਼ਾਹ ਰਹੇ। ਆਪ ਜੀ ਨੀਵੇਂ ਥਾਂ ਬੈਠੇ, ਉੱਚਾ ਥਾਂ ਸੀ। ਸਿੱਖ ਕਹਿੰਦੇ ਮਾਰਾ ਉੱਤੇ, ਕਹਿੰਦੇ ਇੱਥੇ ਬੈਠਣ ਵਾਲੇ ਵੀ ਆਉਣਗੇ ਦਸਵੇਂ ਪਾਤਸ਼ਾਹ ਦੇ ਨਾਲ, ਬਾਰੇ ਬਚਨ ਪਹਿਲਾਂ ਕਹੇ। ਪ੍ਰੇਤ ਆਦਿ ਕੱਢਣੇ ਖਾਲਸਾ ਜੀ ਮੌੜ ਮੰਡੀ ਜਾ ਕਰਕੇ, ਜਿੱਥੇ ਜਿੱਥੇ ਵੀ ਆਪ ਜੀ ਨੇ ਪਾਵਨ ਚਰਨ ਪਾਏ ਖਾਲਸਾ ਜੀ ਸਭ ਦਾ ਭਲਾ ਕਰਦੇ ਰਹੇ। ਉਹ ਧਰਤੀ ਸਤ ਸੰਗਤ ਜੀ ਜਿਵੇਂ ਭਾਦੋਂ ਚ ਖੁੰਬਾਂ ਉਗਦੀਆਂ, ਐਵੇਂ ਨਹੀਂ ਥਾਂ ਥਾਂ ਜੰਗਲ ਦੇ ਇਲਾਕੇ ਚੋਂ ਕੌਣ ਜਾਣਦਾ ਸੀ ਸਿੱਖੀ ਨੂੰ। ਆਪ ਜੀ ਨੇ ਪਵਿੱਤਰ ਚਰਨ ਪਾਏ ਭੂਮੀ ਦੇ ਉੱਤੇ, ਉੱਥੇ ਬੇਅੰਤ ਸਿੱਖੀ ਪ੍ਰਗਟ ਹੋਈ। ਆਪ ਜੀ ਪੂਰਬ ਦੇ ਇਲਾਕੇ ਨੂੰ ਜਮਨਾ ਪਾਰ ਕਰਨੀ, ਗੰਗਾ ਪਾਰ ਕਰਕੇ ਇਲਾਹਾਬਾਦ ਪਹੁੰਚਣਾ, 9 ਮਹੀਨੇ ਤੋਂ ਉੱਤੇ ਸਤ ਸੰਗਤ ਜੀ ਰਹਿਣਾ, ਅਖੰਡ ਪਾਠ ਦੀ ਮਰਜ਼ਾਦਾ ਸਭ ਤੋਂ ਪਹਿਲਾਂ ਆਰੰਭ ਕਰਨੀ, ਦਸਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਨਿਮਿਤ। ਉਸ ਤੋਂ ਬਾਅਦ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਮਾਤਾ ਜੀ ਕੁੱਖ ਵਿੱਚ ਪ੍ਰਗਟ ਹੋਣਾ, ਪਟਨੇ ਸਾਹਿਬ ਆ ਕੇ ਸਤ ਸੰਗਤ ਜੀ ਅਵਤਾਰ ਧਾਰਨ ਨੇ। ਰਾਜਾ ਬਿਸ਼ਨ ਸਿੰਘ ਸਤ ਸੰਗਤ ਜੀ ਜੈਪੁਰ ਜੋਧਪੁਰ ਵਾਲਾ, ਜਿਹਨੂੰ ਚੜਾਈ ਕਰਕੇ ਸਤ ਸੰਗਤ ਜੀ ਭੇਜਿਆ ਸੀ ਔਰੰਗਜ਼ੇਬ ਨੇ ਕਾਮਰੂ ਦੇਸ਼ ਤੇ, ਜਿਹਨੂੰ ਢਾਕਾ ਬੰਗਾਲਾ ਕਹਿੰਦੇ ਆ। ਬੜੇ ਭੂਤਾਂ ਪ੍ਰੇਤਾਂ ਜਿੱਥੇ ਮਰਦਾਨੇ ਵਰਗਿਆਂ ਨੂੰ ਭੇਡੂ ਬਣਾ ਦਿੰਦੀਆਂ, ਦਿੱਤਾ ਇਸਤਰੀਆਂ ਨੇ। ਜੰਤਰਾ ਮੰਤਰਾ ਕਰਕੇ ਜਿੱਤਿਆ ਨਹੀਂ ਸੀ ਜਾਂਦਾ ਇਲਾਕਾ। ਬਿਸ਼ਨ ਸਿੰਘ ਨੂੰ ਸਤ ਸੰਗਤ ਜੀ ਭੇਜਿਆ। ਬਿਸ਼ਨ ਸਿੰਘ ਡਰਦਾ ਸੀ ਮੈਂ ਵੀ ਮਾਰਿਆ ਜਾਊਂ। ਉਸ ਵੇਲੇ ਗੁਰੂ ਤੇਗ ਬਹਾਦਰ ਦੀ ਓਟ ਲੈ ਕਰਕੇ ਆਪ ਜੀ ਨੂੰ ਨਾਲ ਲਿਜਾਣ ਅਸਾਮ ਦੇ ਇਲਾਕੇ ਸਤ ਸੰਗਤ ਜੀ ਬ੍ਰਹਮਪੁੱਤਰ ਦੇ ਕਿਨਾਰੇ ਆਪ ਜੀ ਦਾ ਧੋਬੜੀ ਸਾਹਿਬ ਸਥਾਨ ਹੈ। ਧੋਬਣ ਬੜੀ ਭਾਰੀ ਇੱਕ ਸਿਰ ਦੇ ਉੱਤੇ ਸਵਾਰ ਚਲੀ ਆ ਰਹੀ ਸੀ, ਕੋਈ ਪਿੱਪਲ ਦੇ ਉੱਤੇ ਉੜੀ ਆ ਰਹੀ ਹੈ। ਅੰਨ੍ਹੀਆਂ ਇਸਤਰੀਆਂ ਫੌਜ ਨੂੰ ਡਰਾਉਣ ਵਾਲੀਆਂ ਖਾਲਸਾ ਜੀ ਆਪ ਜੀ ਨੇ ਉਹਨਾਂ ਨੂੰ ਸ਼ਕਤੀ ਦੇ ਨਾਲ ਥੱਲੇ ਸਿੱਟਣਾ ਔਰ ਦੋਨਾਂ ਧਿਰਾਂ ਵੱਲੋਂ ਸੁਲ੍ਹਾ ਕਰਾਉਣੀ। ਉਧਰ ਜਿੱਤ ਹੋਈ, ਉਧਰ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਣਾ। ਵਾਪਸ ਆਉਂਦਿਆਂ ਖਾਲਸਾ ਜੀ ਰਾਜਾ ਨਾਮ ਅਸਾਮ ਵਾਲੇ ਰਾਜੇ ਨੂੰ ਪੁੱਤਰ ਦੀਆਂ ਬਖਸ਼ਣਾ ਕਰਨੀਆਂ। ਰਤਨ ਰਾਏ ਵਰਗੇ ਰਾਜੇ, 5 ਕਲਾ ਪ੍ਰਸਾਦੀ ਹਾਥੀ, 5 ਕਲਾ ਸ਼ਸਤਰ, ਚੰਦੋਆ, ਇਹੋ ਜਿਹੇ ਸਤ ਸੰਗਤ ਤੋਹਫੇ ਲੈ ਕੇ
ਐਵੇਂ ਨਹੀਂ 10ਵੇਂ ਪਾਤਸ਼ਾਹ ਦੇ ਹਾਜ਼ਰ ਹੋਇਆ, ਰਤਨ ਰਾਏ 9ਵੇਂ ਪਾਤਸ਼ਾਹ ਦੇ ਕਰਨਾ ਪ੍ਰਗਟ ਹੋਇਆ। ਉਥੋਂ ਵਾਪਸ ਆਉਣ ਸਹਿਜੇ ਸਹਿਜੇ ਕੰਠੀ ਆਦਿਕ ਦੇ ਵਿੱਚ ਨਹੀਂ ਹੁੰਦਿਆਂ ਖਾਲਸਾ ਜੀ ਬਦਰ ਦੇਸ ਹਮ ਕੋ ਲੈ ਆਏ, ਭਾਂਤ ਭਾਂਤ ਦਾਈਆਂ ਦੁਲਰਾਏ। ਇਹ ਖਾਲਸਾ ਜੀ ਸਾਨੂੰ ਪੰਜਾਬ ਦੇ ਸਾਡੇ ਪਿਤਾ ਜੀ ਲੈ ਕੇ ਆਏ। ਲਖਨੌਰ ਵਿੱਚ ਨਹੀਂ ਹੁੰਦਿਆਂ ਖਾਲਸਾ ਜੀ ਅਨੰਦਪੁਰ ਸਾਹਿਬ ਪਹੁੰਚਣਾ। ਇੱਥੇ ਉਹ ਭਾਣਾ ਵਰਤ ਰਿਹਾ ਸੀ। ਔਰੰਗਜ਼ੇਬ ਨੇ ਇੱਕਦਮ ਸਖਤੀ ਕੀਤੀ ਸੀ ਕਿ 1.25 ਮਣ ਜਨੇਊ ਲਾ ਕੇ ਜਿਹੜਾ ਕਸ਼ਮੀਰ ਦਾ ਸਦੀ 6 ਅਫਗਨ ਖਾਂ ਸੂਬਾ ਸੀ ਉਹ ਤਾਂ ਰੋਟੀ ਖਾਂਦਾ ਸੀ। 1.25 ਮਣ ਲੋਕ ਜਨੇਊ ਜਿੰਨਾ ਹੋ ਜੇ ਨਾ ਪੂਰਾ, ਇੰਨਾ ਮੁਸਲਮਾਨ ਹਿੰਦੂ ਬਣ ਜਾਣ। ਐਵੇਂ ਨਹੀਂ ਕਸ਼ਮੀਰ ਵਿੱਚ ਮੁਸਲਮਾਨ ਹੀ ਮੁਸਲਮਾਨ ਬੁੜਕਦੇ, ਸਭ ਹਿੰਦੂਆਂ ਤੋਂ ਬਣੇ ਹੋਏ। ਉਹ ਪੰਡਤ ਜਿਸ ਵੇਲੇ ਖਾਲਸਾ ਜੀ ਜਿਸ ਵੇਲੇ ਕੋਈ ਜਿਨ੍ਹਾਂ ਦਾ ਰਾਖਾ ਨਾ ਬਣਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਸ਼ਰਨ ਵਿੱਚ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਜੀ ਬਚਨ ਕਰਨੇ, ਇਹ ਪਿਤਾ ਜੀ ਇਹ ਦੁਖੀ ਕੌਣ ਹਨ? ਮਹਾਰਾਜ ਕਹਿੰਦੇ ਪੁੱਤਰ ਇਹਨਾਂ ਦਾ ਧਰਮ ਛੀਨ ਹੋ ਰਿਹਾ, ਔਰੰਗਜ਼ੇਬ ਤੰਗ ਕਰਦਾ ਹੈ। ਕਹਿੰਦੇ ਇਹਨਾਂ ਦਾ ਕੋਈ ਫਿਰ ਇਲਾਜ, ਜੋ ਸ਼ਰਨ ਆਏ ਤੇ ਕੰਠ ਲਾਏ ਬਿਰਧ ਸੁਆਮੀ ਸੰਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ, हे ਪੁੱਤਰ ਕੋਈ ਮਹਾਂਪੁਰਖ ਬਲੀਦਾਨ ਦੇਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਸਨਾ 9 ਸਾਲ ਦੀ ਆਜੂ ਹੈ। ਆਪ ਜੀ ਕਹਿਣ ਲੱਗੇ ਆਪ ਜੈਸਾ ਮਹਾਂਪੁਰਖ ਕੌਣ ਹੋਵੇਗਾ? ਉਸ ਵੇਲੇ ਖਾਲਸਾ ਜੀ ਪਰਖ ਲਿਆ ਕਿ ਸਾਡੇ ਸਾਹਿਬਜ਼ਾਦੇ ਗੁਰਤਾ ਗਤੀ ਦੀ ਜ਼ਿੰਮੇਵਾਰੀ ਸਾਂਭਣ। ਜਦੋਂ ਹੀ ਸਾਧ ਸੰਗਤ ਜੀ ਪੰਡਤਾਂ ਨੂੰ ਕਹਿਤਾ ਜਾਓ ਪਰਵਾਨੇ ਭੇਜ ਦਿਓ ਦਿੱਲੀ ਨੂੰ, ਜਾ ਕੇ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਜੇ ਉਹ ਮੁਸਲਮਾਨ ਬਣਦੇ ਤਾਂ ਅਸੀਂ ਬਣਦੇ। ਉਹਨਾਂ ਨੂੰ ਪੁੱਛ ਜ਼ਿੰਮੇਵਾਰੀ ਸਾਰੀ ਸਾਧ ਜੀ ਆਪਦੇ ਸੀਸ ਤੇ ਲੈਣ। ਔਰੰਗਜ਼ੇਬ ਨੇ ਸੁਣ ਕੇ ਖਾਲਸਾ ਜੀ ਸਿਪਾਹੀ ਪਰਵਾਨੇ ਭੇਜਣੇ। ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤੋਂ ਤਿਆਰੀਆਂ ਕਰਨੀਆਂ। 5 ਸਿੱਖ ਲਏ, ਭਾਈ ਊਦਾ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ, ਭਾਈ ਗੁਰਦੱਤਾ ਜੀ, ਬਾਬਾ ਬੁੱਢਾ ਜੀ ਦੀ 6ਵੀਂ ਪੀੜ੍ਹੀ ਵਿੱਚ। ਇਹ 5 ਸਿੱਖ ਸਾਧ ਸੰਗੀ ਘੋੜ ਸਵਾਰ ਆਪ ਦੀ ਸਾਧ ਸੰਗਤੀ ਸਹਿਜੇ ਸਹਿਜੇ ਚਾਲੇ ਪਾਏ। ਚਮਾਸਾ ਪਟਿਆਲੇ ਕੋਲੇ ਸਾਧ ਸੰਗਤ ਜੀ ਬਹਾਦਰਗੜ੍ਹ ਕਿਲਾ ਹੈ। ਸੈਫਦੀਨ ਬੜਾ ਭਾਰੀ ਕਰਨੀ ਵਾਲਾ ਸਾਧੂ ਸੀ, ਮੁਸਲਮਾਨ ਫਕੀਰ ਸੀ। ਉਹਦੇ ਪ੍ਰੇਮ ਕਰਕੇ 4 ਮਹੀਨੇ ਆਪ ਜੀ ਉੱਥੇ ਰਹੇ। ਚਮਾਸਾ ਕਹੀਏ ਬਰਖਾ ਰੁੱਤ ਸਾਧ ਸੰਗੀ ਉੱਥੇ ਬਤੀਤ ਕੀਤੀ। ਉਹ ਤੋਂ ਸਾਧ ਸੰਗੀ ਵਿਦਿਆ ਹੋ ਕੇ ਸਹਿਜੇ ਸਹਿਜੇ ਸਮਾਣੇ ਦੀਆਂ ਗੜੀਆਂ, ਉਦੋਂ ਸਾਧ ਸੰਗੀ ਪਠਾਣਾ ਦੀਆਂ ਛੋਟੀਆਂ ਛੋਟੀਆਂ ਗੜੀਆਂ ਹੁੰਦੀਆਂ, ਥੋੜੇ ਥੋੜੇ ਇਲਾਕਿਆਂ 'ਚ ਰਾਜ ਕਰਿਆ ਕਰਦੇ ਸੀ। ਤੁਰਕਾਂ ਦੇ ਅਧੀਨ ਹੋ ਗਏ। ਕਿਉਂ? ਚੁਗੱਤਿਆਂ ਦੀ ਬਾਬਰ ਦੀ ਬਾਦਸ਼ਾਹੀ ਤੋਂ ਪਹਿਲਾਂ ਪਠਾਣਾ ਦਾ ਰਾਜ ਸੀ ਆਪਣੇ ਦੇਸ਼ ਵਿੱਚ। ਉਹ ਉਸੇ ਤਰ੍ਹਾਂ ਸਾਧ ਸੰਗੀ ਥੋੜੇ ਥੋੜੇ ਕਾਬਿਲ ਸਨ। ਸਾਧ ਸੰਗਤ ਜੀ ਨਸੀਰ ਖਾਨ ਦੀ ਉਹ ਗੜੀ ਵੱਜਦੀ ਹੈ। ਆਪ ਜੀ ਸਾਧ ਸੰਗੀ ਉੱਥੇ ਪਹੁੰਚੇ। ਭਾਵੇਂ ਥਾਂ ਥਾਂ ਤੇ ਪੁਲਿਸ ਭਾਲਦੀ ਫਿਰਦੀ ਸੀ, ਪਰ ਸਤਿਗੁਰੂ ਜੀ ਨੂੰ ਫੜਨ ਵਾਲਾ ਕੌਣ ਹੈ? ਆਕਾਸ਼ ਵਿੱਚ ਤੁਰੇ ਜਾਂਦੇ ਚੰਦਰਮਾ ਸੂਰਜ ਨੂੰ ਕੋਈ ਫੜ ਨਹੀਂ ਸਕਦਾ ਹੈ। ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਲਾ ਕੌਣ ਹੈ? ਆਪ ਜੀ ਸਾਧ ਸੰਗੀ ਕੀਂਦ ਵਿੱਚ ਚਰਨ ਪਾਏ। ਖਟਕੜੀ ਸਾਧ ਸੰਗੀ ਚੋਰ ਅੰਨੇ ਹੋਏ ਮਾਰੇ ਦੇ ਘੋੜਿਆਂ ਨੂੰ ਚੋਰ ਚਰਾਉਣ ਆਏ। ਖੁਰਪੇ ਖੋਲੇ ਘਾਹ ਖੋਤਣ ਗਏ ਸਾਧ ਸੰਗਤ ਜੀ। ਲਹਿਰੇ ਗਾਗੇ ਮਹਾਰਾਜ ਦਾ ਮਾਰ ਕੇ ਬਾਂਗਰ ਕੇ ਠਾਂਗਰ। ਬਾਂਗਰ ਦੇ ਪਸ਼ੂ ਲੋਕਾਂ ਨੂੰ ਮਾਰਨ ਸਮਰਥਾਂ ਬਖਸ਼ੀਆਂ ਖਾਲਸਾ ਜੀ। ਐਸੇ ਸਤਿਗੁਰੂ ਸਹਿਜੇ ਸਹਿਜੇ ਜੀਵ ਦੇ ਵਿੱਚ ਦੀ ਹੁੰਦੇ ਹੋਏ ਅੱਗੇ ਥੋੜੇ ਥੋੜੇ ਪੜਾਅ ਨੇ। ਸਾਧ ਸੰਗੀ ਸਿੱਖਾਂ ਦੀ ਆਬਾਦੀ ਉਧਰ ਘੱਟ ਸੀ। ਆਪ ਜੀ ਆਗਰੇ ਪਹੁੰਚੇ ਹਨ। ਜਾ ਕੇ ਖਾਲਸਾ ਜੀ ਦਿਹਾੜੀ ਤੋਂ ਬਹਾਨੇ ਨਾਲ ਮਠਿਆਈ ਮੰਗਵਾਉਣੀ। ਸਿੱਖਾਂ ਨੇ ਕਹਿਣਾ ਮਹਾਰਾਜ ਅੱਗੇ ਤਾਂ ਕਿਸੇ ਕੋਲੋਂ ਹੱਥ ਦਾ ਚੱਕਿਆ ਨਹੀਂ, ਅੱਜ ਤੁਸੀਂ ਭੇਜਿਆ ਇਹਨੂੰ ਦਿਹਾੜੀ ਨੂੰ। ਕਹਿੰਦੇ ਭਾਈ ਇਹਦੀਆਂ ਬੱਕਰੀਆਂ ਦਾ ਖਿਆਲ ਰੱਖਿਓ ਕਿਤੇ ਜਾਣ। ਸਿੱਖ ਹੈਰਾਨ ਹੋ ਗਏ। ਮਹਾਰਾਜ ਕਹਿੰਦੇ ਭਾਈ ਤੁਸੀਂ ਵਾਕਫ ਨਹੀਂ ਇਸ ਸ਼ਹਿਰ ਦੇ, ਤੁਸੀਂ ਵੀ ਭੁੱਖੇ ਹੋ, ਸਾਨੂੰ ਵੀ ਭੁੱਖ ਲੱਗੀ ਆ। ਮਹਾਰਾਜ ਕਦੇ ਵੀ ਨਾ ਕਿਹਾ ਸਾਨੂੰ ਭੁੱਖ ਲੱਗੀ ਹੋਈ ਸਾਰੀ ਜ਼ਿੰਦਗੀ। ਜਿਸ ਵੇਲੇ ਖਾਲਸਾ ਜੀ ਪਹੁੰਚਿਆ ਇਆਲੀ ਹਲਵਾਈ ਨੂੰ ਕਹਿੰਦਾ ਆਹ ਲੈ ਛਾਪ। ਕੋਈ ਬੜੇ ਭਾਰੀ ਸਰਦਾਰ ਉਤਰੇ, ਮੈਂ ਤਾਂ ਪਛਾਣੇ ਨਹੀਂ ਕੌਣ ਨੇ। ਪੈਸੇ ਮਠਿਆਈ ਦੇ ਤੈਨੂੰ ਦੇ ਦੇਣਗੇ, ਇਹ ਆਪਦੀ ਇਮਾਰਤ ਲੈ ਲੈਣਗੇ। ਮਠਿਆਈ ਤੋਲ ਦੇ ਤਕੜੀ 4-5 ਸ਼ੇਰ।
ਉਹਨੇ ਜਦੋਂ ਤੋਲਣ ਲੱਗਾ ਸਤ ਸੰਗਤ ਪਾਰੜੇ ਚ ਭਰੀ, ਦਸ਼ਾਲਾ ਮੂਹਰੇ ਕਰ ਦਿੱਤਾ, ਮਹਾਰਾਜ ਨੇ ਦਇਆ ਦਸ਼ਾਲੇ ਚ ਪਵਾ ਲਿਆ। ਜਦੋਂ ਦਸ਼ਾਲਾ ਮੂਹਰੇ ਕੀਤਾ, ਖਾਲਸਾ ਜੀ ਹਲਵਾਈ ਕਹਿੰਦਾ ਉਹ ਇਹੋ ਜਿਹਾ ਵੀ ਕੋਈ ਹੈ ਬੰਦਾ ਜਿਹੜਾ ਇਹੋ ਜਿਹੇ ਕੀਮਤੀ ਦਸ਼ਾਲੇ ਨੂੰ ਠੰਡਾ ਕਰੇ। ਤੱਕੜੀ ਉੱਥੇ ਹੀ ਰੱਖ ਦਿੱਤੀ, ਕੀ ਮਠਿਆਈ ਪਾਉਣੀ ਸੀ, ਉੱਠ ਕੇ ਸ਼ਹੀਦੇ ਨੇ ਨੱਟ ਕੇ ਬਾਂਹ ਫੜ ਲਈ ਆਲੇ। ਕਹਿੰਦਾ ਤੂੰ ਤਾਂ ਹੋਰ ਕੋਈ ਸ਼ੰਕਾ ਕਸਰੀ ਨੂੰ ਚੋਰ ਹੈ ਤੂੰ। ਫੜ ਕੇ ਸਤ ਸੰਗਤ ਜੀ ਚੌਂਕੀ ਚ ਲੈ ਗਿਆ। ਕਹਿੰਦਾ ਮੈਂ ਬਦੋਸ਼, ਆ ਕੋਈ ਚੋਰ ਹੈ, ਛਾਪ ਲੈ ਕੇ ਆਇਆ, ਦੁਸਾਲਾ ਖਮਣੀ ਕਿਹਨੂੰ ਮਾਰ ਕੇ ਲੈ ਕੇ ਆਇਆ। ਸਿਪਾਹੀਆਂ ਨੇ ਸਤ ਸੰਗਤ ਜੀ ਖਬਰ ਲਈ ਉਸ ਦੀ। ਉਹ ਕਹਿਣ ਲੱਗਾ ਮੈਂ ਤਾਂ ਸੱਚ ਬੋਲਣਾ, ਚਲੋ ਮੇਰੇ ਨਾਲ ਬਾਹਰ ਆ ਕੋਈ ਉਤਰਿਆ ਹੋਇਆ। ਪੁਲਿਸ ਨੇ ਆ ਕੇ ਸਤ ਸੰਗਤ ਜੀ ਘੇਰਾ ਪਾਉਣਾ, ਗੁਰੂ ਤੇਗ ਬਹਾਦਰ ਸਾਹਿਬ ਦੀ ਪਛਾਣ ਲੈਣ, ਕਿਲੇ ਵਿੱਚ ਲੈ ਜਾਣਾ। ਕਿਲੇਦਾਰ ਕਹਿਣ ਲੱਗਾ ਮਹਾਰਾਜ ਸਾਨੂੰ ਥਾਂ ਥਾਂ ਹੁਕਮ ਹੈ ਬਾਦਸ਼ਾਹ ਦਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕੜ ਕੇ ਲਿਆਓ। ਜੇ ਤੁਸੀਂ ਪੁੱਛੋ ਸਾਨੂੰ ਕਿਉਂ ਪਕੜ ਰਹੇ ਹੋ, ਇਹ ਨਾ ਸਾਨੂੰ ਪੁੱਛੋ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ 12,000 ਫੌਜ ਸਾਥੀ ਦਿੱਲੀੋਂ ਚੜੀ ਆਗਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਲੀ ਲਿਆਉਣ ਵਾਸਤੇ। ਉਹ ਕਿਉਂ? ਜਿੰਨੇ ਰਾਜਪੂਤਾਨੇ ਦੇ ਰਾਜੇ ਸੀ, ਖਾਲਸਾ ਜੀ ਗੁਰੂ ਘਰ ਦੇ ਸੇਵਕ ਸੀ। ਛੇਵੇਂ ਪਾਤਸ਼ਾਹ ਨੇ 52 ਰਾਜੇ ਸਾਥੀ ਰਿਹਾ ਕਰਾਏ ਗਵਾਲੀਅਰ ਦੇ ਕਿਲੇ ਚੋਂ। ਜਿੰਨੇ ਸੀ ਸਾਰੇ ਸਤ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰੇਮੀ, ਜਿਨ੍ਹਾਂ ਨੂੰ ਬੰਦੀ ਛੋੜ ਕਰਕੇ ਪੂਜਨ ਕਰਦੇ ਸੀ। ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਸਾਹਿਬਜ਼ਾਦੇ ਅੱਜ ਗ੍ਰਿਫਤਾਰ ਕਰ ਲਏ, ਕਿਉਂ ਨਾ ਛਡਾਉਂਦੇ ਖਾਲਸਾ ਜੀ। ਬੜੀ ਤਕੜਾਈ ਦੇ ਨਾਲ ਖਾਲਸਾ ਜੀ ਜਿਸ ਵੇਲੇ ਦਿੱਲੀ ਲੈ ਕੇ ਗਏ, ਇਧਰ ਕਾਜੀ ਮੁਲਾਣਿਆਂ ਦੇ ਧੱਕੇ ਚੜਿਆ। ਰੰਗਾ ਪੁੱਛਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਉਤਾਰੀਏ। ਮੁਲਾਣੇ ਕਹਿੰਦੇ ਫਲਾਣੀ ਹਵੇਲੀ ਆ, ਉਹਦੇ ਚ ਪ੍ਰੇਤ ਰਹਿੰਦਾ ਹੈ, ਉੱਥੇ ਉਤਾਰ ਦਿਓ, ਕੱਲਿਆਂ ਨੂੰ ਸਿੱਖਾਂ ਨੂੰ ਬਾਹਰ ਗ੍ਰਿਫਤਾਰ ਕਰਕੇ ਪਕੜ ਲਓ। ਜੇ ਤਾਂ ਰਾਤ ਨੂੰ ਪ੍ਰੇਤ ਨੇ ਮਾਰ ਤੇ ਫਿਰ ਵੀ ਠੀਕ ਹੈ, ਉੱਥੇ ਜਿਉਂਦਾ ਨਹੀਂ ਛੱਡਦਾ ਕਿਸੇ ਨੂੰ। ਜੇ ਨਾ ਮਾਰੇ ਤਾਂ ਡਰਨਗੇ, ਅਗਲੇ ਦਿਨ ਆਪੇ ਮੁਸਲਮਾਨ ਬਣ ਜਾਣਗੇ। ਖਾਲਸਾ ਜੀ ਪ੍ਰੇਤੋ ਕੀਰਤਨ ਦੇਵਤਾ ਤਨ ਕਰਨੇ ਹਾਰੇ, पशु प्रेत मुक्त को तारे, पाहन पार उतारे, ऐसे गुरु को बर बर जाइए आप मुक्त मोए तारे। ऐसे सतगुਰਾਂ ने खालसा जी प्रेत की कल्याण करनी सी। अद्धी रात होई प्रेत ने आना, हे महाराज मेरी सूई दे नक्के जिन्ना मेरा मुंह है, सवा मन खून की भुख है, तड़फदा रहना। आ हवेली में झूठा मुकदमा करके महाराज जित्ती सी, मेरी सुरती एदे च रही। कृपा करो महाराज मेरे भाग जाके तुसी इत्थे चरण पाए। मैं की देवां महाराज, जेड़ी वस्तु नूं हथ लाउणा वो गंदगी दे सहित हो जाती है। गन्ने कोने लिआया सत संगत जी चक के विचार चो आगां तो फड़ के सतगुरां दी भेटा कीते। महाराज जी ने जिउं जिउं गन्ना चूपदे है त्यों तो ये छिलका चूपदा खालसा जी निक्के जे मूंह ला ला के दी कल्याण हो। ओही छिलका सत सनीमती दास ने चूप के की कहा, एडी शक्ति आई। कहना महाराज दिल्ली ते लाहौर दी टिट ना खड़का दिया, अज तुसी तुरकां दे अधीन। महाराज कहते शक्ति कित्थों पाई? कहते महाराज तुहाडे चरनां चों। कहते फिर साडे कोल नहीं है टिट खड़काउण दी शक्ति। मत्था टेक कहते महाराज निरंकार। जिस वेले सत संगी गुरु तेग बहादुर साहिब मत्था टेकिया, भाई मरीदास दी सारी शक्ति ये बचन पहरेदार सिपाही सुन रहे सी। यही जाके चुगली उगल दी नरंगे कोले। कहते जिहड़ा इहो जिहा हंकारी सिख इट्टां खड़काउंदा शहरां दीआं ओनूं आरे ना चीर दिओ। सत संगत जी फतवा लग गया, भाई मती दास जैसे गुरमुखां ने आरे ना चीरे जाना। काया का प्रचीर वो फारे, हर रंग ना लहै सुभागा। हरि दा नाम दा रंग भाई वो चढ़िया ही रहा, उतरिया। इसे तरह भाई दयाले नूं सत संगत जी देख चुवारण दी सजा देनी, सती राम नूं रूह दे विच लपेट के सत संगत शहीद कर देना। यह ऐसियां सत संगत शहीदियां प्राप्त कीतियां। गुरु तेग बहादुर साहब जी नूं सत संगत जिस वेले कचहरी सद्दिया, महाराज कहण लगे हे औरंगजेब साडे थाई तैनूं की काम है? कहंदा हां काम है तदे बुलाए। की काम है? कहंदा मेरा काम यह है, मैं चाहना कि सारे भारत वर्ष के हिंदू दोजक नूं जांदे ने, इन्हां दा धर्म झूठा है,
मैं इन्हां नूं इस्लाम मत विच लिआउणा चाहुंदा, तुसीं हिदायत दिओ। ठीक है। महाराज कहंदे हे औरंगजेब, की पता खुदा नूं की भाउंदा? कहंदे फिर तुसीं दस दिओ खुदा नूं की भाउंदा। 5 मण कालियां मिर्चां मंगवाईਆਂ। महाराज कहंदे साड़ो इन्हां नूं। साड़ियां सत समझी। एक दिन च अगले दिन जिस वे राख हो गई, फिर बुलाए सतगुरु जी। छाणी महाराज का हुक्म मन के 3 मिर्चां विचों कालियां निकलियां ਜਿਹੜੀਆਂ सड़ियां ने। महाराज ने 3 मिर्चां सत समझी चक के रंगदेव के हथ से रख दिंदियां। लै रंगदेव, तेरा न्याय कुछ होर है, खुदा का न्याय तो आ है। कहंदे मैनू नहीं समझ आई। कहंदे फिर यही जी सियाणपना बादशाही करना। तैनू भाउंदा 2 ਤੋਂ 1 करना, खुदा नूं भाउंदा 2 ਤੋਂ 3 होणगे, एक खालसा पंथ प्रगट होवेगा। वो नानक देव जी घर की सिੱਖੀ ਦੇ ਵਿੱਚ। तू हुण दस लै तेरा न्याय की। बड़ा शर्मिंदा होया खालसा जी। उस वेले खालसा जी फिर इहने कहा, तुसी तेग दी बहादरी किहड़ी कीती है? तुसीं नौर तेग बहादुर रखाया। ਉਹ महाराज ने कहा, तेरी ਜਿਹੜੀ जुर्म ਦੀ भरी हुई तलवार फकीरां दे खून नाल रजी नहीं, पी के ਉਹ ਕੱਚਾ ਧਾਗਾ भी नहीं ਕੱਟੇ। ਇਸੇ ਤਰ੍ਹਾਂ ਆਪ ਜੀ ਨੇ ਸਤ ਸਮਝੀ ਸਿੱਖਾਂ ਦੇ ਘਰਾਂ ਜਿਨ੍ਹਾਂ ਜਿਨ੍ਹਾਂ ਨੇ ਭਾਵਨਾ ਧਾਰੀ, ਦੂਸਰਾ ਸਰੂਪ ਧਾਰ ਕੇ ਭੋਜਨ ਵੀ ਛਕਣਾ, ਜਮਨਾ ਤੇ ਰੋਜ਼ ਇਸ਼ਨਾਨ ਕਰਨ ਵੀ ਜਾਣਾ, ਕਾਜ਼ੀਆਂ ਬੁਲਾਣਿਆਂ ਨੇ ਈਰਖਾ ਕਰਨੀ, ਰਿਪੋਰਟਾਂ ਕਰਨੀਆਂ ਕਿ ਜੇਲ੍ਹ ਦੇ ਕਰਮਚਾਰੀ ਪੱਖ ਕਰਦੇ ਨੇ। इधर सत संगत जी दरोगा भी सेवक बन जाना। ऐसी आप जी ने सत समझी कला बरताई। एक दिन काजियां बुलाणिया ने सत समझी राय दिती, तां मुसलमान बन गए। इन्हां नूं धर्म प्यार है, आपां इन्हां नूं गऊ दा मांस खवा दे। अज कल तो असीं आप ही खाई जाने हैं। अज तां गल्लां ही ओह उड गईयां। खालसा जी रिंद के खालसा जी गऊ का मांस देख देव जी महाराज के कोले ले गए। सतगुरु जी कहते की ले आए हो? कहते थोड़े वास्ते बादशाह ने भोजन भेजा। कहते नंगा करो था। जिस वे नंगा किया खालसा जी, क्यों पिछों सूर लहू दे निकले निकल लगे। कोई चूहे वर्गा, कोई बलूंगड़े जिड्डा, कोई सच समझी बिल्ले जिड्डा। मुकदे ही नहीं सच समझी सारी जेल सूरां दे नाल घुर 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 करदे भर गई। कई बाहर नूं जांदे, कोई अंदर नठे। सत संगत जी कहंदे बद छो गए। मुसलमान इन्हां नूं बद कहंदे। बड़ा भारी रौला पिया। सत संगत जी शर्मिंदे होए। अगले दिन फिर जिस वेले कचहरी च गए, रंगदेव कहंदा तुसीं कहंदे सी बई करामातां नूं कहर दा सी दिखाउंदे नहीं। ये 3 नजम कहंदा सी, कहंदा जा मुसलमान बन जाओ, जा करामात दिखाओ, या फिर सीस थानू देना पवेगा। महाराज कहन लगे करामात नौ कहरदा है, नाटक चेटक किए काजा, प्रभ लोगन कह आवत लाजा। प्रभु दे संतां भगतां लाज आउंदी है, करामात नहीं सानू दिखाया करदा। आपो अपना धर्म सबनू प्यारा है। जे तैनू अपना धर्म प्यारा है, सानू अपना प्यारा, इस एक दूजे धर्म च नहीं दखल देना चाहिए। धर्म नहीं तगना त्यागांगे, शीश दिया पर सिर ना दीना। जिक्र फोल त्रीसर प्रभ रखियो बयान, तेग बहादुर की क्रिया करी न किनो आन। तो सत संगत जी ये भी प्रमाण नहीं। शीश तेरी इच्छा है जदों मर्जी ले। तो खालसा जी ये निर्भय हो के बचन कहे सी। कहन लगा करामात क्यों दिखाई है, सूर कड्डे है। कहते नहीं, गुरु घर शीशे वर्गा। शीशे दे पूरे जे कोई बिंगा मुंह करे बिंगा दिसदा, सीधा करे सीधा दिसदा। जेड़ा दूसरे दे धर्म नूं नाश करिया चाहुंदा, खुदा ओहदा धर्म नाश कर दिंदा। तुसीं साडे धर्म नूं बिगाड़ पाया चाहुंदे सी, गऊ दा मांस ले के गए सी। ਜਿਹੇ जी थोड़ी भावना सी ਉਹ जी ਤੁਹਾਨੂੰ ही फड़ी है। सूर निकलिया सी, कोई सूर नहीं निकली। इस आदत साथ समझी बड़े बचन विलास होए। उस तो बाद जदों खालसा जी तलवार परखण ते गल चली गई, इधर आप जी सच जी पिंजरे च बैठे हैं। इधर माता गुजरी जी बड़ी चिंता कर रही है। माता नानकी जी चिंता दे सहित ग्रसे हुए हैं।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ ਬਾਲਕ ਅਵਸਥਾ ਹੈ। ਮਾਤਾ ਗੁਜਰੀ ਜੀ ਨੂੰ ਸੁਪਨਾ ਆਉਣਾ, ਕੀ ਦੇਖਦੀ ਹੈ ਖਾਲਸਾ ਜੀ? ਇੱਕ ਵੇਰੀ ਤਾਂ 5 ਪੈਸੇ ਤੇ ਨਾਰੀਅਲ ਹੱਥ 'ਚ ਪਕੜ ਕੇ 10ਵੇਂ ਪਾਤਸ਼ਾਹ ਨੂੰ ਭੇਟਾ ਕਰਦੇ ਸੁਪਨੇ 'ਚ ਦਿਖਾਈ ਦਿੱਤੇ ਮਾਤਾ ਗੁਜਰੀ ਜੀ। ਦੂਸਰਾ ਸੁਪਨਾ ਐਸਾ ਆਇਆ ਕਿ ਧੜ ਤੋਂ ਸੀਸ ਵੱਖਰਾ ਦੇਖਿਆ। ਜਦੋਂ ਇਹੋ ਜਿਹਾ ਸੁਪਨੇ ਸਾਧ ਸੰਗਤ ਜੀ ਕੌਤਕ ਦੇਖਿਆ, ਇਹੋ ਜਿਹਾ ਭਿਆਨਕ ਸੁਪਨਾ ਰਾਤ ਨੂੰ ਆ ਜੇ, ਦਿਨੇ ਕਿੱਥੇ ਸਾਧ ਸੰਗਤ ਜੀ ਟਿਕਾ ਆਉਂਦਾ। ਮਾਤਾ ਜੀ ਸਾਧ ਸੰਗਤ ਜੀ ਉਸ ਦਿਨ ਇਸ਼ਨਾਨ ਨਾ ਕੀਤਾ, ਨਾ ਕੋਈ ਬਾਣੀ ਪੜ੍ਹੀ, ਚੁੱਪ ਕੀਤੇ ਬੈਠੇ, ਅਥਰੂ ਛੱਡੀ ਜਾ ਰਹੇ। 10ਵੇਂ ਪਾਤਸ਼ਾਹ ਦਾ ਪਰਨ ਸੀ, ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਮਾਤਾ ਜੀ ਨੂੰ ਮੱਥਾ ਟੇਕਣ ਜਾਇਆ। ਜਦੋਂ 10ਵੇਂ ਪਾਤਸ਼ਾਹ ਮੱਥਾ ਟੇਕਣ ਗਏ, ਮਾਤਾ ਜੀ ਨੀਵੀਂ ਪਾਈ ਬੈਠੇ ਵਿਰਾਗ ਕਰ ਰਹੇ ਨੇ। ਕਹਿਣ ਲੱਗੇ, ਮਾਤਾ ਜੀ ਤੁਸੀਂ ਅੱਜ ਕੀ ਕਾਰਨ ਉਸੇ ਤਰ੍ਹਾਂ ਪਲੰਘ ਤੇ ਬੈਠੇ ਹੋ? ਕਹਿੰਦੇ, ਪੁੱਤਰ ਮੈਨੂੰ ਰਾਤ ਇਹੋ ਜਿਹੇ ਸੁਪਨੇ ਆਏ। ਕਹਿੰਦੇ, ਕਿਉਂ ਚਿੰਤਾ ਕਰਦੇ ਹੋ, ਆਪਾਂ ਖਬਰ ਮੰਗਵਾ ਲੈਂਦੇ ਹਾਂ। ਇਸੇ ਤਰ੍ਹਾਂ ਸਤ ਸੰਗੀ ਬਾਰ-ਬਾਰ ਸੁੱਖਾਂ ਨੇ ਜਾਣਾ। ਆ ਸ਼ਲੋਕ ਮਹੱਲਾ ਨਾਮ ਸਤ ਸੰਗੀ ਜਿਹੜਾ ਆਪਨੇ ਭੋਗ ਦੇ ਸਮੇਂ ਤੇ ਪਾਠ ਸੁਣਿਆ ਹੈ, ਇਹ ਆਪ ਜੀ ਨੇ ਪਿੰਜਰੇ 'ਚ ਬੈਠ ਕੇ ਖਾਲਸਾ ਜੀ ਸੰਗਤਾਂ ਦੀ ਚਿੰਤਾ ਨਿਵਰਤ ਕਰਨ ਵਾਸਤੇ ਮਾਤਾ ਨਾਨਕੀ ਜੀ ਦੀ ਚਿੰਤਾ ਤਾਂ ਕੀਜੀਏ ਜੋ ਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਸਿਰ ਨਹੀਂ ਕੋਏ। ਇਹ ਮਾਤਾ ਨਾਨਕੀ ਜੀ ਨੂੰ ਧੀਰ ਦੇਣ ਵਾਸਤੇ ਸ਼ਬਦ ਉਚਾਰਿਆ ਸੀ। ਜੋ ਉਪਜਿਓ ਸੋ ਬਿਨਥੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਮਾਤਾ ਗੁਜਰੀ ਜੀ ਨੂੰ ਸਤ ਸੰਗਤ ਜੀ ਆਪ ਜੀ ਨੇ ਲਿਖ ਕੇ ਭੇਜਿਆ। ਉਦੋਂ ਪਹਿਲੇ ਸ਼ਲੋਕ ਸਾਰੇ ਸੰਗਤਾਂ ਪ੍ਰਤੀ ਸਤ ਸੰਗੀ ਬਰਾਗਮਈ ਉਪਦੇਸ਼ ਦਿੱਤਾ ਹੈ। ਗਿਆਨਵਾਨ ਦੀ ਵਸਤਾ ਦੱਸੀ ਹੈ, ਭੈ ਕਾਹੂ ਕੋ ਦੇਤ न ਭੈ ਮਾਨ ਧਿਆਨ। ਬੇਅੰਤ ਸਤ ਸੰਗੀ ਤਰ੍ਹਾਂ ਤਰ੍ਹਾਂ ਦੇ ਪ੍ਰਕਰਨ ਦੇ ਸਾਰੇ ਬਰਾਗਮਈ ਸ਼ਲੋਕ ਆਪਨੇ ਉਚਾਰਨ। ਅਖੀਰ ਤੇ 10ਵੇਂ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਬੋਟ ਹਰ ਗੱਜ ਜੋ ਹੋ ਸਹਾਏ। ਇਹ ਸਤ ਸੰਗੀ ਸ਼ਲੋਕ ਭੇਜਿਆ ਤੇ ਉੱਤਰ ਲੈ ਕੇ ਆਇਓ। ਜਿਸ ਵੇਲੇ ਸਿੱਖ ਸਤ ਸੰਗੀ ਉੱਤਰ ਲੈ ਕੇ ਗਿਆ, 10ਵੇਂ ਪਾਤਸ਼ਾਹ ਨੇ ਉਚਾਰਿਆ, ਬਲ ਹੋਆ ਬੰਧਨ ਛੁਟੇ, सब कुछ होते उपाय, नानक सब कोई तुम्हारे हाथ में, तुम ही हो सहाय। थोड़ी रक्षा करने वास्ते तुसी आप ही समर्थ, तुसी महाराज थोड़ी होर तो बड़ा बली कौन है। ये श्लोक सुन के सत संगी पढ़ के महाराज बड़े प्रसन्न होए। पता लग गया कि 10वें पातशाह साडे ते कैसी भावना रखते। किते समझदे जानदा नहीं समझदे साडा पिता कमजोर सी, तुरकां दी जेल विच मर गया पै के, ਐ ਤਾਂ ਨਹੀਂ ਕਿਤੇ ਸਮਝਦੇ। ਸਾਡੂ ਬਲ ਵਾਲੇ ਵੀ ਸਮਝਦੇ ਨੇ, ਨਾਲੇ ਕਿੰਨੀ ਬਾਣੀ ਉਚਾਰਨ ਕਰਦੇ ਆ। ਗੁਰਤਾ ਗੱਦੀ ਦਾ ਭਾਰ ਵੀ ਸਹਾਰ ਲੈਣਗੇ। ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਬੜੀ ਭਾਰੀ ਜ਼ਿੰਮੇਵਾਰੀ ਹੈ। ਇਹ ਸ਼ਲੋਕ ਸੁਣ ਕੇ ਖਾਲਸਾ ਜੀ ਆਪ ਜੀ ਨੇ 5 ਪੈਸੇ ਤੇ ਨਾਰੀਅਲ ਮੰਗਵਾ ਕੇ ਧਿਆਨ ਦੇ ਨਾਲ ਸਤ ਸੰਗੀ ਭੇਟਾ ਕਰਨੇ। ਗੁਰਤਾ ਗੱਦੀ ਦੇ ਚੰਨ ਸਤ ਸੰਗਤ ਜੀ ਲੈ ਕੇ ਸਿੱਖ ਨੇ ਆ ਜਾਣਾ। ਉਸ ਤੋਂ ਬਾਅਦ ਭਾਈ ਜੈਤੇ ਜੀ ਨੂੰ ਹੁਕਮ ਹੋਣਾ, ਲੈ ਪ੍ਰੇਮੀਆ ਤੂੰ ਆਇਆ ਹੈ ਖਬਰ ਲੈਣ ਵਾਸਤੇ, ਸਾਡਾ ਸੀਸ ਤੇਰੀ ਝੋਲੀ ਵਿੱਚ ਆਵੇਗਾ, ਇੱਥੇ ਹੀ ਰਹੇਗਾ। ਉਧਰ ਸਤ ਸੰਗਤ ਜੀ ਭਾਈ ਗੁਰਦਿੱਤਾ ਜੀ ਨੇ ਪੁੱਛਣਾ, ਮਹਾਰਾਜ ਮੇਰੇ ਵਾਸਤੇ ਹੁਕਮ? ਕਹਿੰਦੇ ਤੈਨੂੰ 7 ਤੋਂ ਬਾਅਦ ਛੱਡ ਦੇਣਗੇ। ਕਹਿੰਦਾ ਮਹਾਰਾਜ ਛੱਡ ਤਾਂ ਦੇਣਗੇ, ਮੇਰਾ ਤਾਂ ਜਾਣ ਨੂੰ ਕਿਤੇ ਜੀ ਨਹੀਂ ਕਰਦਾ, ਤੁਹਾਡੇ ਨਾਲ ਜਾਣ ਨੂੰ ਨਹੀਂ ਕਰਦਾ। ਮਹਾਰਾਜ ਕਹਿੰਦੇ ਚੰਗਾ, ਸਾਡੇ ਨਾਲ ਚੱਲਿਆ ਚੱਲਣੀ, ਇਹ ਤੇਰੀ ਇੱਛਾ ਹੈ। ਉਧਰ ਸੱਚੇ ਪਾਤਸ਼ਾਹ ਨੇ ਸ਼ਹੀਦੀ ਪਾਉਣੀ, ਉਧਰ ਭਾਈ ਗੁਰਦਿੱਤਾ ਜੀ ਵਜਨੂ ਤਿਰਲੇ ਜਮਨਾ ਚ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹ ਕੇ ਖਾਲਸਾ ਜੀ ਸਰੀਰ ਤਿਆਗ ਕੇ ਗੁਰੂ ਸਾਹਿਬ ਨਾਲ ਹੀ ਚਲੇ ਗਏ। ਆਪ ਜੀ ਨੇ ਸਤ ਸੰਗੀ ਇੱਧਰ ਔਰੰਗਜ਼ੇਬ ਨੇ ਕੀ ਕੀਤਾ, ਕਚਹਿਰੀ ਚ ਪੁੱਛਦਾ ਹੈ ਕੌਣ ਤਲਵਾਰ ਬਾਹੇਗਾ, ਕਿਹੜਾ ਚੱਕੇ ਖਾਲਸਾ ਜੀ ਤਲਵਾਰ। ਸਮਾਣੇ ਦਾ ਸਿੱਜਦ ਬੜਾ ਨੌਜਵਾਨ ਸਤ ਸੰਗੀ ਵਸਦਾ ਵਾਲਾ, ਅਗਿਆਨੀ ਪੂਰਬ ਦੇ ਜਨਮਾਂ ਦਾ ਕਰਤਾਪਾਂ ਦਾ ਗਰਸਿਆ ਹੋਇਆ,